ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੋ ਆਪਾਂ ਗਾਥਾ ਇਸ ਸੱਚ ਦੇ ਰਾਹ ਦੀ, ਇਸ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਦੀ, ਸਿੱਖੀ ਦੀ, ਕੌਮ ਦੀ ਕਰਕੇ ਤੁਰੇ ਹੋਏ ਲੈ ਕੇ ਤੇ ਉਹਦੀ ਗਾਥਾ ਨੂੰ ਅੱਗੇ ਤੋਰੀਏ, ਗੱਲਾਂ ਕਰੀਏ ਉਸ ਮਹਾਬਲੀ ਯੋਧੇ ਦੀਆਂ, ਉਸ ਸੂਰਮੇ ਦੀਆਂ ਜਿਹੜਾ ਕਿ ਗੁਰੂ ਨਾਨਕ ਸਾਹਿਬ ਦਾ ਸਿਰਜਿਆ ਹੋਇਆ ਸੰਪੂਰਨ ਖਾਲਸਾ, ਜੋ ਦਸ਼ਮੇਸ਼ ਪਿਤਾ ਜੀ ਨੇ ਐਂ ਕਹਿ ਲਓ ਵੀ ਸੰਪੂਰਨਤਾ ਤੇ ਲੈ ਕੇ ਗਏ। 10ਵੇਂ ਗੁਰੂ ਨਾਨਕ, ਕਿਉਂਕਿ ਗੁਰੂ ਸਾਹਿਬਾਨ ਦਾ ਸਰੀਰ ਬਦਲਿਆ, ਸਰੀਰਕ ਤੌਰ ਤੇ ਚੇਂਜ ਹੋਏ ਨੇ, ਉਹ ਆਤਮਿਕ ਤੌਰ ਤੇ ਔਰ ਵਿਚਾਰਕ ਤੌਰ ਤੇ ਸੇਮ ਨੇ। ਗੁਰਬਾਣੀ ਦਾ ਫਰਮਾਨ ਹੈ, ਜੋਤ 오ਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਕਿ ਜੋਤ ਹੈ ਜਿਹੜੀ ਉਹ ਸੇਮ ਰਹੀ ਹੈ ਸਮੇਂ ਸਮੇਂ ਨਾਲ, ਹਾਲਾਤਾਂ ਮੁਤਾਬਕ। ਆਪਾਂ ਵੀ ਲਾ ਲਓ ਡਰੈਸ ਅਪ ਹੁੰਦੇ ਆ, ਗਰਮੀਆਂ 'ਚ ਕੱਪੜੇ ਹੋਰ ਨੇ, ਸਰਦੀਆਂ 'ਚ ਹੋਰ ਨੇ, ਬਰਸਾਤਾਂ 'ਚ ਹੋਰ ਨੇ, ਬਚਪਨ 'ਚ ਹੋਰ ਨੇ, ਜਵਾਨੀ 'ਚ ਹੋਰ ਨੇ, ਬੁਢਾਪੇ 'ਚ ਹੋਰ ਨੇ। ਇਸੇ ਤਰ੍ਹਾਂ ਖਾਣਾ ਪੀਣਾ, ਬਚਪਨ 'ਚ ਹੋਰ ਤਰ੍ਹਾਂ ਦਾ ਖਾਣਾ ਪੀਣਾ, ਉਹਨੂੰ ਹਲਕਾ ਮਾਂ ਦਾ ਦੁੱਧ ਜਾਂ ਹਲਕੀਆਂ ਚੀਜ਼ਾਂ ਉਹਨੂੰ ਖਾਣ ਨੂੰ ਦਿੱਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ, ਭਾਵੇਂ ਚੂਰੀਆਂ ਕੁੱਟ-ਕੁੱਟ ਦਿਓ, ਕਿਉਂਕਿ ਸਿਹਤ ਨੂੰ, ਸਰੀਰ ਨੂੰ ਉਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ। ਬੁਢਾਪੇ 'ਚ ਜਾ ਕੇ ਫਿਰ ਆਪਾਂ ਹਲਕਾ ਫੁਲਕੇ 'ਤੇ ਆਉਂਦਾ ਬੰਦਾ ਕਿ ਹੁਣ ਸਿਹਤ ਹਾਜ਼ਮਾ ਉਹਨਾਂ ਤਾਕਤਵਰ ਨਹੀਂ, ਸਰੀਰ ਝੱਲਦਾ ਨਹੀਂ, ਤਾਂ ਡਾਈਟ ਹਲਕੀ ਹੋ ਜਾਂਦੀ ਹੈ। ਸਮੇਂ ਦੇ ਨਾਲ ਸਰੀਰ ਇੱਕੋ ਸਰੀਰ ਦੀਆਂ ਵੀ ਲੋੜਾਂ ਬਦਲਦੀਆਂ ਨੇ, ਇੱਕੋ ਸਰੀਰ ਦੀਆਂ। ਇਹ ਧਿਆਨ ਆਪਾਂ ਕਦੇ ਜਦੋਂ ਗੌਰ ਨਾਲ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ। ਬਚਪਨ 'ਚ ਸਰੀਰ ਤਾਂ ਉਹੀ ਹੈ ਨਾ, ਉਹਦੇ ਖੁਰਾਕ ਹੋਰ ਹੈ, ਜਵਾਨੀ 'ਚ ਹੋਰ ਹੈ, ਬੁਢਾਪੇ 'ਚ ਹੋਰ ਹੈ। ਇਸੇ ਤਰ੍ਹਾਂ ਜਦੋਂ ਗੁਰੂ ਪਾਤਸ਼ਾਹਾਂ ਦਾ ਜਿਹੜਾ ਚੱਲਿਆ ਆ ਰਿਹਾ ਸੰਕਲਪ ਹੈ, ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਲੋੜਾਂ ਹੋਰ ਨੇ, ਪੰਚਮ ਗੁਰਦੇਵ ਪਾਤਸ਼ਾਹ ਵੇਲੇ ਲੋੜਾਂ ਹੋਰ ਨੇ, ਜਦੋਂ 6ਵੇਂ ਗੁਰਦੇਵ ਪਾਤਸ਼ਾਹ ਆ ਗਏ ਉਦੋਂ ਲੋੜਾਂ ਹੋਰ ਨੇ, ਦਸ਼ਮੇਸ਼ ਪਿਤਾ ਵੇਲੇ ਲੋੜਾਂ ਹੋਰ ਨੇ, ਤੇ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਸ ਵੇਲੇ ਲੋੜਾਂ ਹੋਰ ਨੇ। ਸੋ ਆਪਾਂ ਨੂੰ ਇਹ ਚੀਜ਼ ਨੂੰ, ਕਿਉਂਕਿ ਕਈ ਵਾਰੀ ਅਸੀਂ ਸ਼ਰਧਾ ਪੂਰਵਕ ਉਸੇ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈਣ ਲੱਗ ਜਾਂਦੇ ਹਾਂ ਜਿਵੇਂ ਗੁਰੂ ਨਾਨਕ ਸਾਹਿਬ ਨੂੰ ਲੈਂਦੇ ਨੇ। ਜਿਹੜਾ ਸਾਡਾ ਹੁਣ ਸਰੀਰ ਹੈ ਗੁਰੂ ਦਾ, ਉਹਦੀਆਂ ਲੋੜਾਂ ਕੀ ਨੇ, ਸਾਨੂੰ ਇਹ ਚੀਜ਼ ਦਾ ਗੌਰ ਕਰਨੀ ਚਾਹੀਦੀ ਹੈ। ਸੋ ਇਹ ਆਪਾਂ ਅੱਗੇ ਆ ਕੇ ਵਾਚ ਕਰਾਂਗੇ, ਗੱਲ ਕਰਾਂਗੇ ਗੁਰੂ ਦੀ, ਗੁਰੂ ਦੇ ਸਿਧਾਂਤ ਦੀ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ। ਹੁਣ ਆਪਣੀ ਗੱਲ ਚੱਲ ਰਹੀ ਸੀ ਮਹਾਬਲੀ ਬਾਬਾ ਬੰਦਾ ਸਿੰਘ ਬਹਾਦਰ। ਬਾਬਾ ਬੰਦਾ ਸਿੰਘ ਬਹਾਦਰ ਦਾ ਜਦੋਂ ਆਮਦ ਹੋਈ ਹੈ ਤਾਂ ਕਹਿੰਦਾ, ਕਿਸ ਸ਼ੇਰ ਕੀ ਆਮਦ ਹੈ ਕਿ ਰਣ ਹਾਂਪ ਰਹਾ ਹੈ, ਰਨ ਗगन भी हाँप रहा है, रण तो एक तरफ गगन भी हाँप रहा है। गगन कहते हैं आसमान ਨੂੰ। ਕਿ ਕਿਹੜੇ ਸ਼ੇਰ ਦੀ ਆਮਦ ਹੋਈ ਹੈ? ਤੇ ਵਾਕਈ ਉਹ ਸ਼ੇਰ ਦਸ਼ਮੇਸ਼ ਦਾ, ਕਲਗੀਧਰ ਦਾ ਸਾਜਿਆ ਹੋਇਆ, ਜਦੋਂ ਰਣ ਭੂਮੀ ਤੇ ਆਇਆ। ਆਪਾਂ ਕੱਲ ਛੱਡਿਆ ਸੀ ਜਿੱਥੇ ਆਮੇ ਸਾਹਮਣੇ ਚੱਪੜ ਚਿੜੀ ਦੇ ਸਥਾਨ ਦੇ ਉੱਤੇ ਦੋਨੋਂ ਫੌਜਾਂ, ਇੱਕ ਪਾਸੇ ਬਹੁਤ ਹੀ ਹੰਢਿਆ ਹੋਇਆ ਬਜ਼ੁਰਗ ਯੋਧਾ ਵਜ਼ੀਰ ਖਾਨ ਖੜਾ, ਆਮ ਬੰਦਾ ਨਹੀਂ। ਪਿਤਾ ਦਸ਼ਮੇਸ਼ ਦੇ ਨਾਲ ਲੜਾਈਆਂ ਲੜੀਆਂ ਹੋਈਆਂ ਨੇ ਉਹਨੇ, ਚਾਰੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਾ ਉਹ, ਆਮ ਬੰਦਾ ਨਹੀਂ ਹੈ, ਪੂਰਾ ਤਜਰਬੇਕਾਰ ਜਰਨੈਲ ਹੈ, ਸੌਖਾ ਨਹੀਂ ਉਹਨੂੰ ਹੱਥ ਪਾਉਣਾ। ਤੇ ਉੱਥੇ ਉਹਦੇ ਨਾਲ ਟਾਕਰਾ ਕਰਨ ਦੇ ਲਈ ਸਿੰਘ ਪਹੁੰਚੇ ਨੇ। ਹਥਿਆਰਾਂ ਦੀ ਉਹਨੂੰ ਘਾਟ ਕੋਈ ਨਹੀਂ, ਖਜ਼ਾਨੇ ਦੀ ਘਾਟ ਕੋਈ ਨਹੀਂ, ਟ੍ਰੇਨਡ ਫੌਜੀਆਂ ਦੀ ਘਾਟ ਕੋਈ ਨਹੀਂ, ਆਲੇ ਦੁਆਲੋਂ ਮਦਦ ਜਿੰਨੀ ਆਉਣੀ ਆ ਉਹਦਾ ਕੋਈ ਤੋੜ ਨਹੀਂ। ਔਰ ਆਈ ਹੈ ਗਾਜ਼ੀਆਂ ਦਾ, ਤੁਹਾਨੂੰ ਦੱਸਿਆ ਵੀ ਜਿਹਾਦ ਜਿਹੜਾ ਕਿ ਆਖਰੀ ਹਥਿਆਰ ਹੁੰਦਾ ਇਹਨਾਂ ਦਾ, ਧਰਮ ਦੇ ਨਾਂ ਤੇ ਲੜਾਈ। ਭਾਵੇਂ ਇਹ ਧਰਮ ਦੇ ਨਾਂ ਤੇ ਲੜਾਈ ਨਹੀਂ ਸੀ, ਪਰ ਉਹਨੇ ਝੰਡਾ ਇਹ ਗੱਡਦੇ ਤੇ ਹਰ ਵੇਲੇ ਜਿਹਾਦ ਦਾ ਝੰਡਾ ਗੱਡਿਆ ਗਿਆ ਕਿ ਆਓ ਧਰਮ ਦੇ ਨਾਮ ਤੇ ਕੌਮ ਦੇ ਲਈ ਲੜੀਏ। ਉਹ ਜਿਹਾਦ ਦਾ ਝੰਡਾ ਗੱਡਣ ਦੇ ਨਾਲ ਹਜ਼ਾਰਾਂ ਹੀ ਦੀ ਗਿਣਤੀ ਵਿੱਚ ਗਾਜ਼ੀ ਇਕੱਠੇ ਹੋ ਕੇ, ਇਹ ਸਮਝ ਲਓ ਮੌਤ ਦੇ ਗਾਨੇ ਬੰਨ੍ਹ ਕੇ ਸਾਹਮਣੇ ਆ ਗਏ। ਕਹਿੰਦਾ, ਜੇ ਪਰਬਤ ਕੰਬ ਨਾ ਉੱਠਣ ਤਾਂ ਭੁਚਾਲ ਆਇਆ ਤਾਂ ਕੀ ਆਇਆ, ਅਮਲ ਹੋਵੇ ਨਾ ਜਿਸ ਬਾਰੇ ਉਹ ਖਿਆਲ ਆਇਆ ਤਾਂ ਕੀ ਆਇਆ, ਮੈਦਾਨੇ ਜੰਗ ਦੇ ਅੰਦਰ ਜੇ ਸੂਰਾ ਹਾਰ ਜੇ ਹਿੰਮਤ ਤਾਂ ਉਹਦੇ ਖੂਨ ਦੇ ਅੰਦਰ ਉਬਾਲ ਆਇਆ ਤਾਂ ਕੀ ਆਇਆ। ਸਿੰਘ ਤਾਂ ਗਈ ਮਰਨ ਮਾਰਨ ਦੀ ਧਾਰ ਕੇ, ਤੇ ਹਥਿਆਰ ਨਹੀਂ ਤੇ ਬਹੁਤੇ, ਘੋੜੇ ਵੀ ਸਾਰਿਆਂ ਕੋਲੇ ਨਹੀਂ, ਤੇ ਗਿਣਤੀ ਦੇ ਘੋੜੇ ਤੇ ਹਜ਼ਾਰਾਂ ਦੀ ਗਿਣਤੀ ਸਿੰਘਾਂ ਦੀ ਪੈਦਲ ਫੌਜੀ ਤੇ, ਸਾਹਮਣੇ ਤੋਪਾਂ ਬੀੜੀਆਂ ਹੋਈਆਂ ਨੇ।
ਹੁਣ ਤੋਪਾਂ ਤੱਕ ਪਹੁੰਚਣਾ ਹੀ ਸੌਖਾ ਨਹੀਂ ਸੀ। ਸਿੱਖਾਂ ਨੇ ਜਦੋਂ ਪਹਿਲਾ ਹਮਲਾ ਕੀਤਾ, ਮੂਹਰੋਂ ਤੋਪਾਂ ਦੀ ਬਾਲ ਝਾੜ ਦਿੱਤੀ, ਵਜ਼ੀਰ ਖਾਨ ਨੇ ਇਸ਼ਾਰਾ ਕੀਤਾ, ਸੈਂਕੜਿਆਂ ਦੀ ਗਿਣਤੀ 'ਚ ਸਿੱਖ ਯੋਧੇ ਸ਼ਹੀਦ ਹੋ ਗਏ। ਤੇ ਇਸੇ ਵੇਲੇ ਸੁੱਚਾ ਨੰਦ ਦੇ ਭਤੀਜੇ ਨੇ ਕਮੀਨਗੀ ਕੀਤੀ, ਕਿਉਂਕਿ ਉਹ ਤਾਂ ਗਏ ਹੀ ਇਸ ਮਕਸਦ ਨਾਲ ਸੀ ਕਿ ਮੈਂ ਇਹਨਾਂ ਨੂੰ ਕਿਸੇ ਨੂੰ ਖਤਮ ਕਰਨਾ ਹੈ ਜਾਂ ਭੱਜ ਦੜ ਪਾਉਣੀ ਹੈ। ਖਤਮ ਤਾਂ ਕਰ ਨਹੀਂ ਸਕਿਆ, ਪਰ ਉਹ ਆਪਦੇ ਬੰਦਿਆਂ ਨੂੰ ਲੈ ਕੇ ਮੈਦਾਨ 'ਚੋਂ ਭੱਜ ਉੱਠਿਆ ਤੇ ਰੌਲਾ ਪਾਤਾ, ਮਰ ਗਏ, ਹਾਰ ਗਏ, ਟੁੱਟ ਗਏ, ਖਤਮ ਹੋ ਗਏ, ਦੁਸ਼ਮਣ ਨੇ ਸਾਨੂੰ ਮਾਰਤਾ, ਆਪਾਂ ਹਾਰ ਗਏ, ਇਹ ਕਹਿ ਕੇ ਮੈਦਾਨ 'ਚੋਂ ਭੱਜਣੇ। ਤੇ ਜਿਹੜੇ ਲੁਟੇਰੇ ਇਕੱਠੇ ਹੋਏ ਸੀ, ਮੈਂ ਤੁਹਾਨੂੰ ਦੱਸਿਆ ਸੀ ਬਾਬਾ ਜੀ ਦੀ ਫੌਜ ਦੇ ਵਿੱਚ ਡਾਕੂ ਤੇ ਚੋਰ ਲੁਟੇਰੇ ਵੀ ਸ਼ਾਮਲ ਹੋ ਗਏ ਤੇ ਉਹ ਪਹਿਲੇ ਹਮਲੇ 'ਚ ਉਹ ਭੱਜ ਗਏ। ਆਮ ਨਜ਼ਰ ਵਿੱਚ, ਕਿਉਂਕਿ ਮੁਸਲਮਾਨ ਇਤਿਹਾਸਕਾਰਾਂ ਨੇ ਲਿਖਿਆ ਕਿ ਬੰਦਾ ਸਿੰਘ ਇੱਕ ਵਾਰੀ ਹਾਰ ਗਿਆ ਤੇ ਸਿੱਖ ਡਰ ਕੇ ਭੱਜ ਉੱਠੇ, ਇਹ ਭੱਜੇ ਤੇ ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਇੱਕ ਵਾਰੀ ਸਿੱਖਾਂ ਦੇ ਪੈਰ ਬੁਰੀ ਤਰ੍ਹਾਂ ਉਖੜ ਗਏ, ਵੱਡਾ ਨੁਕਸਾਨ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਮਾਰੇ ਗਏ। ਤੇ ਐਨ ਇਸੇ ਵੇਲੇ ਜਦੋਂ ਚਾਰੇ ਪਾਸਿਓਂ ਮੋਰਚਿਆਂ 'ਚ ਇਹ ਸਮਝ ਲਓ ਵਿਹਲ ਦੱਸਣ ਲੱਗੀ, ਬਾਬਾ ਬੰਦਾ ਸਿੰਘ ਬਹਾਦਰ, ਮੈਂ ਤੁਹਾਨੂੰ ਦੱਸਿਆ ਸੀ ਕਿ ਉੱਚੀ ਟਿੱਬੀ ਤੇ ਬੈਠ ਕੇ ਨਿਗਰਾਨੀ ਕਰ ਰਹੇ ਤੇ ਬਾਬਾ ਬਾਜ ਸਿੰਘ ਜੀ ਸੈਨਾਪਤੀ ਸੀ ਜਿਹੜੇ ਫੌਜ ਦੇ, ਉਸੇ ਵੇਲੇ ਘੋੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲੇ ਪਹੁੰਚੇ, ਕਿਉਂਕਿ ਥੋੜਾ ਜਿਹਾ ਏਰੀਆ ਨਹੀਂ ਸੀ, ਮੀਲਾਂ 'ਚ ਫੈਲਿਆ ਹੁੰਦਾ ਸੀ ਏਰੀਆ, ਤੇ ਜਾ ਕੇ ਬੇਨਤੀ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿ ਬਾਬਾ ਜੀ ਮੈਦਾਨ ਹੱਥੋਂ ਜਾ ਰਿਹਾ ਹੈ, ਹੁਣ ਸਿਰਫ ਤੁਸੀਂ ਉਹ ਸੰਭਾਲ ਸਕਦੇ ਹੋ, ਜੇ ਤੁਸੀਂ ਨਾ ਆਏ ਤਾਂ ਕੁਝ ਵੀ ਹੋ ਸਕਦਾ। ਕਹਿੰਦੇ ਉਸੇ ਵੇਲੇ ਜਿਵੇਂ ਗੁਫਾ 'ਚੋਂ ਭੁੱਖਾ ਸ਼ੇਰ ਨਿਕਲਦਾ ਸ਼ਿਕਾਰ ਲਈ, ਤੇ ਬੰਦਾ ਸਿੰਘ ਬਹਾਦਰ ਉਸੇ ਵੇਲੇ ਮੈਦਾਨ 'ਚ ਆਣ ਪਹੁੰਚਿਆ, ਬਿਜਲੀ ਦੀ ਫੁਰਤੀ ਨਾਲ ਘੋੜਾ ਲੈ ਕੇ ਸਾਰੇ ਪਾਸੇ ਘੁੰਮ ਗਿਆ ਤੇ ਸਿੰਘਾਂ ਨੂੰ ਲਲਕਾਰ ਕੇ ਇੱਕੋ ਗੱਲ ਆਖੀ ਸੀ, ਬਸ ਤੁਹਾਡੇ ਸਾਹਮਣੇ ਵਜ਼ੀਰ ਖਾਨ ਹੈ, ਸਾਹਿਬਜ਼ਾਦਿਆਂ ਦਾ ਕਾਤਲ, ਅੱਜ ਸੁੱਕਾ ਨਹੀਂ ਲੰਘਣਾ ਚਾਹੀਦਾ। ਯਾਦ ਰੱਖਿਓ, ਆਹ ਮੌਕਾ ਬਾਰ-ਬਾਰ ਨਹੀਂ ਮਿਲਣਾ। ਕਲਗੀਧਰ ਦੇ ਲਾਡਲੇ ਸਾਨੂੰ ਆਵਾਜ਼ਾਂ ਮਾਰ ਰਹੇ ਨੇ। ਉਹਦੀ ਆਮਦ, ਉਹਦਾ ਮੈਦਾਨ ਦੇ ਵਿੱਚ ਆਉਣਾ ਔਰ ਉਸ ਬੰਦੇ ਦੀ ਲਲਕਾਰ, ਬਸ ਇੰਨਾ ਹੀ ਕਾਫੀ ਸੀ ਕਿ ਬੰਦਾ ਆ ਗਿਆ। ਦੁਸ਼ਮਣਾਂ ਦੇ ਉੱਤੇ ਵੀ ਇਹ ਦਹਿਸ਼ਤ ਸੀ ਕਿ ਬੰਦਾ ਸਿੰਘ ਬਹਾਦਰ ਜਾਦੂਗਰ ਹੈ, ਵਾਕਈ ਜਾਦੂਗਰ ਤੇ ਜਿਹਨੇ 800 ਸਾਲ ਦਾ ਰਾਜ ਪੱਟ ਕੇ ਰੱਖਤਾ, ਉਹਨਾਂ ਦੀਆਂ ਨਜ਼ਰਾਂ 'ਚ ਤਾਂ ਉਹ ਜਾਦੂਗਰੇ ਤੇ, ਕਿਉਂਕਿ ਲੋਕ ਤਾਂ ਇਹ ਸੋਚ ਚੁੱਕੇ ਤੇ ਵੀ ਇਹਨਾਂ ਨੂੰ ਹਰਾ ਹੀ ਨਹੀਂ ਸਕਦਾ ਜੀ। ਹਰਾਉਣਾ ਤਾਂ ਦੂਰ ਦੀ ਗੱਲ ਹੈ, ਸਾਹਮਣੇ ਨਹੀਂ ਖੜ ਸਕਦਾ ਕੋਈ। ਸਾਹਮਣੇ ਖੜਨਾ ਵੀ ਉਹਨਾਂ ਦੇ ਵੱਡੀ ਸੂਰਮਤਾਈ ਤੀ, ਲੜਨਾ ਤਾਂ ਇੱਕ ਪਾਸੇ ਰਿਹਾ, ਲੱਤਾਂ ਕੰਮਣ ਲੱਗ ਜਾਂਦੀਆਂ ਤੇ ਲੋਕਾਂ ਦੀਆਂ। ਇੱਕ ਬੰਦਾ ਆਉਂਦਾ ਪਿੰਡ 'ਚ, ਇੱਕ ਪਠਾਨ ਜਾਂ ਮੁਗਲ, ਪੂਰੇ ਪਿੰਡ ਦੇ ਵਿੱਚੋਂ ਜਿਹਦੀ ਮਰਜ਼ੀ ਬਹੂ ਬੇਟੀ ਨੂੰ ਬਾਂਹ ਤੋਂ ਫੜ ਕੇ ਜਿਵੇਂ ਭੇਡਾਂ ਬੱਕਰੀਆਂ ਲੈ ਜਾਂਦੀਆਂ ਨੇ ਲੈ ਜਾਂਦਾ। ਪੂਰੇ ਪਿੰਡ 'ਚੋਂ ਕਿਸੇ ਦੀ ਜ਼ੁਰਤ ਇਹ ਨਹੀਂ ਹੁੰਦੀ ਤੀ ਵੀ ਉਹਨੂੰ ਕੁਛ ਕਹੇ ਦੇਵੇ। ਲੜਨਾ ਤਾਂ ਬੜੀ ਦੂਰ ਦੀ ਗੱਲ ਹੈ, ਦਰਵਾਜ਼ੇ ਲਾ ਕੇ ਅੰਦਰ ਲੁਕ ਜਾਂਦੇ, ਬਿੱਲਾਂ ਵਿੱਚ ਦੀ ਵੀ ਨਹੀਂ ਦੇਖਦੇ ਤੇ ਵੀ ਸਾਡੀ ਨਜ਼ਰ ਨਾ ਪੈ ਜੇ, ਇੰਨੀ ਦਹਿਸ਼ਤ ਸੀ ਉਹਨਾਂ ਦੀ। ਉਹਨਾਂ ਦੇ ਸਾਹਮਣੇ ਖੜਨਾ ਤਾਂ ਬਾਕੀ ਤਾਂ ਹੀ ਸਮਝਦੇ ਤੇ ਵੀ ਤਾਂ ਜਾਦੂਗਰੇ ਹੈ। ਜਦੋਂ ਆਇਆ ਸਿੰਘਾਂ 'ਚ ਦੂਣਾ ਜੋਸ਼ ਤੇ ਦੂਣਾ ਉਤਸ਼ਾਹ ਪੈਦਾ ਹੋ ਗਿਆ, ਤੇ ਇਹੋ ਜਿਹੀ ਤੇਗ ਵਾਹੀ ਕਿ ਬੰਦਾ ਸਿੰਘ ਬਹਾਦਰ ਨੇ ਵੀ ਦੇਖਿਆ ਕਿ ਤੋਪਾਂ ਬਹੁਤ ਵੱਡਾ ਨੁਕਸਾਨ ਕਰ ਰਹੀਆਂ ਨੇ। ਉਹਨਾਂ ਵੇਲੇ ਇੱਥੇ ਝਿੜੀਆਂ, ਜੰਗਲ ਬਹੁਤ ਸੀ, ਹੁਣ ਤਾਂ ਉਹ ਖਤਮ ਹੋ ਗਏ। ਤਾਂ ਬੰਦਾ ਬਹਾਦਰ, ਮੈਂ ਤੁਹਾਨੂੰ ਦੱਸਿਆ, ਰਣਨੀਤੀ ਦਾ ਮਾਹਰ ਸੀ। ਉਹਨੇ ਇੱਕਦਮ ਆਪਦੀ ਖਾਸ ਘੋੜਸਵਾਰਾਂ ਦੀ ਫੌਜ ਨੂੰ ਪਿੱਛੇ ਬੁਲਾਇਆ ਤੇ ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਵਲ ਪਾ ਕੇ ਜਾਓ, ਕਿਉਂਕਿ ਤੋਪਾਂ ਕੋਲੇ ਜੇ ਇੱਥੋਂ ਸਿੱਧੇ ਪਹੁੰਚਦੇ ਆ ਤਾਂ ਲੰਬਾ ਸਫ਼ਰ ਹੈ ਤੇ ਤੋਪਾਂ ਉਦੋਂ ਤੱਕ ਬਹੁਤ ਨੁਕਸਾਨ ਕਰਨਗੀਆਂ। ਇੱਥੋਂ ਜੇ ਉਹ ਝਿਰੀ ਵੱਲ ਜਾਈਏ ਜਿਹੜੀ ਸਾਈਡ 'ਤੇ ਹੈ, ਉੱਥੋਂ ਤੋਪਾਂ ਦੀ ਜਿਹੜੀ ਦੂਰੀ ਹੈ ਉਹ ਘੱਟ ਹੈ। ਤਾਂ ਉਹ ਜੰਗਲ ਦੇ ਵਿੱਚ, ਝਿੜੀ ਭਾਵ ਕਿ ਛੋਟਾ ਜਿਹਾ ਜੰਗਲ ਜਿਹਨੂੰ ਕਹਿ ਦਈਏ ਆਪਾਂ, ਉਹਦੀ ਓਟ 'ਚ ਤੁਸੀਂ ਜਾਓ ਤੇ ਉੱਥੋਂ ਇੱਕਦਮ ਨਿਕਲ ਕੇ ਤੋਪਾਂ ਖਾਣੀਆਂ ਨੇ। ਜਿੰਨੇ ਰਾਹ 'ਚ ਮਾਰੇ ਗਏ, ਰੁਕਣਾ ਨਹੀਂ। ਇਹ ਆਊਟਰ ਦੇਣਾ ਤਾਂ ਸੌਖਾ, ਮੰਨਣ ਵਾਲੇ ਵੀ ਅੱਗੇ ਹੋਈ ਤੇ ਜਿਨ੍ਹਾਂ ਨੇ ਸਿਰ ਤਲੀਆਂ ਤੇ ਰੱਖੇ ਨੇ। ਤੇ ਉਹ ਸਿੱਖਾਂ ਦਾ ਜਥਾ ਉਸ ਝਿੜੀ ਨੂੰ ਸਿੱਧਾ ਹੋਇਆ। ਉਸ ਝਿੜੀ ਦੇ ਵਿੱਚ, ਕਿਉਂਕਿ ਉਹਦੀ ਓਟ ਸੀ, ਤੋਪਾਂ ਨੂੰ ਇੱਕ ਆਸਰਾ, ਇੱਕ ਡਿਫੈਂਡ ਮਿਲ ਗਿਆ, ਉੱਥੇ ਦਾਖਲ ਹੋਏ ਤੇ ਉੱਥੋਂ ਇਹ ਸਮਝ ਲਓ ਕਿ ਗੋਲੀ ਵਾਂਗੂ ਉਹ ਨਿਕਲੇ ਤੇ ਜਾ ਕੇ ਤੋਪਾਂ ਤੇ ਹਮਲਾ ਕੀਤਾ ਤੇ ਹੱਥੋਂ ਹੱਥ ਸਿੱਖਾਂ ਨੇ ਤੋਪਾਂ ਖੋਲੀਆਂ। ਉਦੋਂ ਬਾਅਦ ਪੈਦਲ ਜਿਹੜੀ ਫੌਜ ਸੀ ਉਹਨੂੰ ਸੌਖਾ ਹੋ ਗਿਆ ਪਹੁੰਚਣਾ। ਸਿੱਧੇ ਉਹ ਟੁੱਟ ਕੇ ਪੈ ਗਏ। ਮੂਹਰੇ ਆਉਂਦੀ ਸੀ ਹਾਥੀਆਂ ਦੀ ਪਾਲ। ਸਿੱਖਾਂ ਕੋਲੇ ਇੱਕ ਵੀ ਹਾਥੀ ਨਹੀਂ ਸੀ। ਹਾਥੀਆਂ ਦੀ ਪੂਰੀ ਕੰਧ ਖੜਾਈ ਹੋਈ ਸੀ ਵਜ਼ੀਰ ਖਾਨ ਨੇ, ਜਿਹੜੇ ਕਿ ਬਕਾਇਦਾ ਟ੍ਰੇਨਡ ਹਾਥੀ ਹੁੰਦੇ ਤੇ। ਬਾਬਾ ਫਤਿਹ ਸਿੰਘ, ਬਾਬਾ ਬਾਜ ਸਿੰਘ ਵਰਗਿਆਂ ਨੇ 4-5 ਹਾਥੀ ਮਾਰ ਕੇ ਸਿੱਟ ਲਏ, ਬਾਕੀ ਜ਼ਖਮੀ ਕਰਤੇ ਤੇ ਹਾਥੀਆਂ ਦੀ ਉਹ ਹਾਲਤ ਕੀਤੀ ਕਿ ਉਹ ਵਾਪਸ ਭੱਜ ਲਏ। ਉਹਨਾਂ ਦੀ ਆਪਦੀ ਫੌਜ ਦਾ ਨੁਕਸਾਨ ਕਰਨਾ ਸ਼ੁਰੂ ਕਰਤਾ। ਉਹ ਜਿਹੜੇ ਭਾਵਨਾ ਲੈ ਕੇ ਆਏ ਹੋਏ ਤੇ ਉਹ ਕਿੱਥੇ ਰੁਕਦੇ ਤੇ,
ਹੱਥੋਂ ਹੱਥ ਲੜਾਈ ਸਿੱਖਾਂ ਦਾ ਮਨ ਭਾਉਂਦਾ ਲੜਾਈ ਰਹੀ ਹੈ, ਜਿਹਨੂੰ ਆਪਾਂ ਇਹ ਕਹਿ ਦਈਏ ਤਲਵਾਰ ਦੀ ਜਿਹੜੀ ਲੜਾਈ ਹੈ, ਇਹ ਸਿੱਖਾਂ ਦੀ ਮਨ ਭਾਉਂਦੀ ਲੜਾਈ ਰਹੀ ਹੈ, ਕਿਉਂਕਿ ਹੋਰ ਹਥਿਆਰ ਹੁੰਦੇ ਵੀ ਨਹੀਂ ਤੇ ਜਦੋਂ ਤਲਵਾਰ ਤੇ ਆ ਗਈ, ਹੁਣ ਤਾਂ ਸਿੱਖਾਂ ਦੀ ਸਮਝ ਲਓ ਉਹ ਲੜਾਈ ਦੀ ਜਿਹੜੀ ਉਹ ਚਾਹੁੰਦੇ ਤੇ ਵੀ ਲੜਾਈ ਅਸੀਂ ਆਹ ਲੜੀਏ। ਭਗੌਤੀਆਂ ਸੂਤੀਆਂ ਪਲਾਂ ਦੇ ਵਿੱਚ ਉਹ ਸੈਨਾ ਜਿਹੜੀ ਨੇ ਕਦੇ ਚਮਕੌਰ ਨੂੰ ਘੇਰਾ ਪਾਇਆ ਸੀ, ਜਿਹੜੀ ਨੇ ਕਦੇ ਆਨੰਦਪੁਰ ਨੂੰ ਘੇਰਾ ਪਾਇਆ ਸੀ, ਅੱਜ ਕੁਛ ਘੰਟਿਆਂ ਦੇ ਵਿੱਚ ਉਸ ਸੈਨਾ ਦਾ ਕਤਲੋਗਾਰਤ ਕੀਤਾ ਬੰਦਾ ਸਿੰਘ ਦੀ ਫੌਜ ਨੇ ਤੇ ਭੁੱਖੇ ਸ਼ੇਰਾਂ ਦੀ ਫੌਜ ਨੇ। ਪਲਾਂ ਦੇ ਵਿੱਚ 70 ਵਿਛਾਤੇ ਵਜ਼ੀਰ ਖਾਨ ਨੇ। ਹੁਣ ਵਜ਼ੀਰ ਖਾਨ ਦਾ ਟਾਕਰਾ ਹੈ ਜਿਹੜਾ, ਇਹ ਇਤਿਹਾਸਕਾਰਾਂ 'ਚ ਫਿਰ ਬਹੁਤ ਵੱਡਾ ਮਤਭੇਦ ਹੈ ਵੀ ਉਹਨੂੰ ਮਾਰਿਆ ਕਿਵੇਂ ਗਿਆ ਔਰ ਉਹ ਕਿਹਨੇ ਮਾਰਿਆ। ਤਿੰਨ ਤਰ੍ਹਾਂ ਦਾ ਜ਼ਿਕਰ ਆਉਂਦਾ ਕਿ ਬੰਦਾ ਸਿੰਘ ਨੇ ਮਾਰਿਆ। ਇਹ ਵੀ ਲਿਖਿਆ ਮਿਲਦਾ ਕਿ ਜੋ ਦਸ਼ਮੇਸ਼ ਪਿਤਾ ਜੀ ਨੇ ਤੀਰ ਬਖਸ਼ਿਸ਼ ਕੀਤੇ ਸੀ ਉਹਨਾਂ 'ਚੋਂ ਇੱਕ ਤੀਰ ਮਾਰਿਆ। ਕੋਈ ਆਖਦਾ ਹੈ ਕਿ ਬਾਜ ਸਿੰਘ ਨੇ ਮਾਰਿਆ, ਕੋਈ ਲਿਖਦਾ ਹੈ ਕਿ ਫਤਿਹ ਸਿੰਘ ਨੇ ਮਾਰਿਆ। ਕਿਸੇ ਨੇ ਵੀ ਮਾਰਿਆ, ਗੁਰੂ ਕੇ ਸਿੰਘ ਨੇ ਮਾਰਿਆ। ਪਹਿਲੀ ਗੱਲ ਤਾਂ ਇਹ ਹੈ, ਪਰ ਇਹ ਜ਼ਰੂਰੀ ਹੈ ਕਿ ਇਤਿਹਾਸਕ ਤੌਰ ਤੇ ਪਤਾ ਲੱਗੇ। ਪਰ ਜ਼ਿਆਦਾਤਰ ਇਹ ਕਹਿੰਦੇ ਨੇ ਕਿ ਵਜ਼ੀਰ ਖਾਨ ਜ਼ਖਮੀ ਹੋਇਆ। ਕਰਮ ਸਿੰਘ ਹਿਸਟੋਰੀਅਨ ਔਰ ਸੋਹਣ ਸਿੰਘ ਸੀਤਲ ਇਹ ਲਿਖਦੇ ਨੇ ਕਿ ਫਤਿਹ ਸਿੰਘ ਦੇ ਹੱਥੋਂ ਵਜ਼ੀਰ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਘੋੜੇ ਤੋਂ ਗਿਰਿਆ, ਕਿਉਂਕਿ ਉਹਦੇ ਘੋੜੇ ਨੂੰ ਬਾਜ ਸਿੰਘ ਨੇ ਨੇਜਾ ਮਾਰ ਕੇ ਮਾਰਿਆ ਤੇ ਫਤਿਹ ਸਿੰਘ ਨੇ ਤੀਰ ਦੇ ਨਾਲ ਉਹਨੂੰ ਜ਼ਖਮੀ ਕੀਤਾ ਜਾਂ ਤਲਵਾਰ ਦੇ ਨਾਲ। ਤੇ ਇਹਨੂੰ ਜ਼ਖਮੀ ਹੋਏ ਨੂੰ ਜਦੋਂ ਇਹ ਗਿਰ ਗਿਆ ਤਾਂ ਇਹਦੀ ਫੌਜ ਨੇ ਫਿਰ ਕਿੱਥੇ ਖੜਨਾ ਸੀ, ਉਹ ਸਰਹੰਦ ਵੱਲ ਭੱਜ ਉੱਠੀ। 6 ਮੀਲ ਦਾ ਸਫ਼ਰ ਸੀ ਸਰਹੰਦ ਤੱਕ ਦਾ, ਚੱਪਰ ਚਿੜੀ ਤੋਂ। ਸੋਹਣ ਸਿੰਘ ਸੀਤਲ ਲਿਖਦਾ ਕਿ ਜੇਤੂ ਖਾਲਸੇ ਨੇ 6 ਮੀਲ ਦਾ ਸਫ਼ਰ ਪਲਾਂ 'ਚ ਨਿਬੇੜਤਾ ਤੇ ਫੌਜ ਦੀ ਬਾੜ ਧਰੀ ਹੋਈ ਪਿੱਛੇ ਪਹੁੰਚੇ ਨੇ। ਇਸ ਲੜਾਈ ਦੇ ਵਿੱਚ ਤਕਰੀਬਨ 20,000 ਬੰਦਾ ਵਜ਼ੀਰ ਖਾਨ ਦਾ ਮਾਰਿਆ ਗਿਆ ਔਰ 6,000 ਸਿੱਖ ਮਾਰੇ ਗਏ ਨੇ, ਜਿਨ੍ਹਾਂ ਦਾ ਅੰਗੀਠਾ ਫਤਿਹਗੜ੍ਹ ਸਾਹਿਬ ਬਣਿਆ ਹੋਇਆ, ਗੁਰਦੁਆਰਾ ਬਣਿਆ ਹੋਇਆ, ਜਿੱਥੇ 6,000 ਸਿੱਖਾਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ ਗਿਆ। ਕਦੇ ਗਏ ਹੋ ਤਾਂ ਉੱਥੇ ਸਿੱਲ ਲੱਗੀ ਹੋਈ ਹੈ, ਤੁਸੀਂ ਕਦੇ ਇਤਿਹਾਸ ਨੂੰ ਧਿਆਨ ਨਾਲ ਪੜ੍ਹਿਓ। ਜਿਹੜੇ ਵੀ ਗੁਰਦੁਆਰੇ ਜਾਂਦੇ ਹੋ ਉੱਥੇ ਅੰਗੀਠਾ ਉਹਨਾਂ ਦਾ ਬਣਿਆ ਹੋਇਆ, ਕਿਉਂਕਿ 6,000 ਨੂੰ ਅੱਡ ਅੱਡ ਨਹੀਂ ਬਲਕਿ ਇੱਕੋ ਥਾਂ ਤੇ ਉਹਨਾਂ ਦਾ ਸੰਸਕਾਰ ਕੀਤਾ ਜਾਂ ਇੱਕ ਏਰੀਏ 'ਚ ਕੀਤਾ, ਕਿਉਂਕਿ 6,000 ਤਾਂ ਇੱਕ ਥਾਂ ਤੇ ਵੀ ਨਹੀਂ ਆ ਸਕਦੇ। ਸੋ ਕਾਫੀ ਵੱਡੇ ਏਰੀਏ ਦੇ ਵਿੱਚ ਉਹਨਾਂ 6,000 ਸਿੰਘਾਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ ਗਿਆ ਸੀ ਤੇ 20,000 ਦੇ ਤਕਰੀਬਨ ਇਹਦੀ ਫੌਜ ਮਾਰੀ ਗਈ। ਤੇ ਵਜ਼ੀਰ ਖਾਨ ਬਾਰੇ ਲਿਖਿਆ ਮਿਲਦਾ ਹੈ ਕਿ ਇਸ ਦੇ ਲੱਤਾਂ ਨੂੰ ਰੱਸਾ ਪਾ ਕੇ ਬੈੜਕਿਆਂ ਦੇ ਮਗਰ ਬੰਨ੍ਹ ਕੇ ਖਿੱਚ ਕੇ ਲੈ ਕੇ ਗਏ ਤੇ ਇਹਨੂੰ ਘੁਮਾਇਆ ਗਿਆ। ਉਸ ਤੋਂ ਬਾਅਦ ਇਹਨੂੰ ਜ਼ਖਮੀ ਹਾਲਤ 'ਚ ਜਿੱਥੇ ਸਾਹਿਬਜ਼ਾਦੇ ਸ਼ਹੀਦ ਕੀਤੇ ਸੀ ਬਾਬਾ ਜੀ ਨੇ ਜਾ ਕੇ ਨਮਸਕਾਰ ਕੀਤੀ ਹੈ ਤੇ ਉੱਥੇ ਹੀ ਲੈ ਕੇ ਇਹਨੂੰ ਆਏ ਤੇ ਉਸ ਥਾਂ ਦੇ ਉੱਤੇ ਦਾ ਫੈਸਲਾ ਤੇ ਬਾਬਾ ਜੀ ਅੱਜ ਬਾਦਸ਼ਾਹ ਸਾਡੀ ਕੌਮ ਦਾ ਉਹ ਬੈਠਾ ਸੀ ਤੇ ਜਿੱਥੇ ਸਾਹਿਬਜ਼ਾਦੇ ਨੇ ਖੜਾਏ ਤੇ ਅੱਜ ਉੱਥੇ ਵਜ਼ੀਰ ਖਾਨ ਖੜਾ ਸੀ ਤੇ ਬਾਬਾ ਜੀ ਨੇ ਇੱਕੋ ਗੱਲ ਪੁੱਛੀ ਸੀ ਕਿ ਹੈ ਕੋਈ ਜਵਾਬ। ਤੈਨੂੰ ਫੇਰ ਵੀ ਖਾਲਸੇ ਦੇ ਦਰਬਾਰ 'ਚ ਪੇਸ਼ ਕੀਤਾ, ਕੀ ਆਪਦੀ ਬੇਗੁਨਾਹੀ ਦਾ ਕੋਈ ਸਬੂਤ ਪੇਸ਼ ਕਰ ਸਕਦਾ? ਕੀ ਦੱਸ ਸਕਦਾ ਕਿ ਤੂੰ ਬੇਗੁਨਾਹ ਹੈ? ਕੀ ਦੱਸ ਸਕਦਾ ਤੂੰ ਪਿਤਾ ਦਸ਼ਮੇਸ਼ ਜੀ ਨੂੰ ਕਿਸ ਗੁਨਾਹ ਦੇ ਬਦਲੇ ਉਹਨਾਂ ਤੇ ਅਟੈਕ ਕਰਦਾ ਰਿਹਾ? ਕਿਹੜਾ ਕਾਰਨ ਸੀ ਕਿ ਤੇ ਚਮਕੌਰ ਵਿੱਚ ਭੁੱਖੇ ਪਿਆਸੇ ਸਿੰਘਾਂ ਨੂੰ ਘੇਰ ਕੇ ਸ਼ਹੀਦ ਕੀਤਾ ਤੇ ਸਾਹਿਬਜ਼ਾਦੇ ਸ਼ਹੀਦ ਕੀਤੇ? ਦੱਸ ਸਕਦਾ? ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਕਿਹੜੇ ਗੁਨਾਹ 'ਚ ਚਿਣ ਕੇ ਸ਼ਹੀਦ ਕੀਤਾ ਸੀ? ਸਾਡੀ ਬਜ਼ੁਰਗ ਮਾਤਾ ਨੂੰ ਕਿਉਂ ਸ਼ਹੀਦ ਕੀਤਾ? ਤੈਨੂੰ ਪੂਰਾ ਹੱਕ ਹੈ ਆਪਣੀ ਗੱਲ ਕਹਿਣ ਦਾ, ਜੇ ਜਵਾਬ ਹੈ ਤਾਂ ਦੇ ਸਕਦਾ। ਪਰ ਗੁਨਾਹਾਂ ਦੇ ਲਿਬੜੇ ਹੋਏ ਹੱਥ, ਬੇਦੋਸ਼ੀਆਂ ਦੇ ਖੂਨ ਨਾਲ ਰੰਗੇ ਹੋਏ ਹੱਥ ਕਿਵੇਂ ਜੁੜ ਸਕਦੇ ਸੀ ਰਹਿਮ ਲਈ? ਕੋਈ ਜਵਾਬ ਨਹੀਂ ਸੀ ਉਹਦੇ ਕੋਲੇ। ਤਾਂ ਫਿਰ ਹੁਕਮ ਹੋਇਆ। ਇੱਥੇ ਮੈਂ ਇੱਕ ਗੱਲ ਤੁਹਾਨੂੰ ਦੱਸ ਜਾਵਾਂ ਕਿ 2 ਬੰਦੇ ਸਿੱਖ ਇਤਿਹਾਸ 'ਚ ਜ਼ਿਆਦਾ ਜ਼ਿਕਰ ਆਉਂਦਾ ਜਿਨ੍ਹਾਂ ਨੂੰ ਖਤਰਨਾਕ ਸਜ਼ਾ ਦਿੱਤੀ ਗਈ ਹੈ। ਨਹੀਂ, ਸਿੱਖਾਂ ਨੇ ਕਿਸੇ ਵੱਡੇ ਤੋਂ ਵੱਡੇ ਪਾਪੀ ਨੂੰ ਕਦੇ ਵੀ ਜ਼ਾਲਮਾਨਾ ਢੰਗ ਨਾਲ ਜਾਂ ਇਹ ਕਹਿ ਲਓ ਤਸੀਹੇ ਦੇ ਕੇ ਨਹੀਂ ਮਾਰਿਆ। ਸਿਰਫ 2 ਨੂੰ ਮਾਰਿਆ ਤਸੀਹੇ ਦੇ ਕੇ। ਪਹਿਲਾ ਹੈ ਵਜ਼ੀਰ ਖਾਨ ਤੇ ਦੂਸਰਾ ਹੈ ਲਖਪਤ ਰਾਏ। ਵਜ਼ੀਰ ਖਾਨ ਦੇ ਲੱਤਾਂ ਦੇ ਵਿੱਚ ਰੱਸਾ ਪਾ ਕੇ ਘੁਮਾਇਆ ਗਿਆ, ਬੈੜਕਿਆਂ ਦੇ ਮਗਰ ਬੰਨ੍ਹ ਕੇ, ਇੱਕ ਇਨਸਲਟ ਕਰਨ ਦੇ ਲਈ ਤੇ ਲੋਕਾਂ ਨੂੰ ਦਿਖਾਉਣ ਲਈ ਕਿ ਅਸੀਂ ਆਹ ਹਾਸ਼ਰ ਕਰਦੇ ਹਾਂ ਜ਼ੁਲਮ ਕਰਨ ਵਾਲਿਆਂ ਦਾ। ਫਿਰ ਉਹਦੀ ਲਾਸ਼ ਨੂੰ ਅੱਗ 'ਚ ਸੁੱਟਿਆ ਗਿਆ। ਲਾਸ਼ ਨਹੀਂ, ਸਹਿਕਦੇ ਨੂੰ, ਜਿਉਂਦਾ ਹੀ ਸੀ, ਸਹਿਕ ਰਿਹਾ ਸੀ ਤੇ ਅੱਧ ਭੁੰਨੀ ਜੀ ਲਾਸ਼ ਉਹਦੀ ਕੱਢ ਕੇ ਫਿਰ ਦਰਖਤ ਤੇ ਟੰਗਿਆ ਗਿਆ। ਸੋਹਣ ਸਿੰਘ ਸੀਤਲ ਤੇ ਕਰਮ ਸਿੰਘ ਹਿਸਟੋਰੀਅਨ ਲਿਖਦੇ ਨੇ ਉਹਦੀ ਲਾਸ਼ ਨੂੰ ਦਰਖਤ ਦੇ ਉੱਤੇ ਟੰਗਿਆ ਗਿਆ ਤਾਂ ਕਿ ਕਾਂ ਇੱਲਾਂ, ਗਿਰਜਾਂ, ਜਾਨਵਰ, ਪੰਛੀ ਉਹਦੀ ਲਾਸ਼ ਨੂੰ ਤੋੜ ਕੇ ਖਾਣ ਤੇ ਲੋਕਾਂ ਨੂੰ ਪਤਾ ਲੱਗੇ ਕਿ ਪੰਥ ਦੋਖੀ ਉਹ ਟੰਗਿਆ ਪਿਆ।
ਇਸ ਨੂੰ ਇਸ ਢੰਗ ਨਾਲ ਮਾਰਿਆ ਗਿਆ। ਤੇ ਦੂਜਾ ਸੀ ਲਖਪਤ ਰਾਏ। ਤੇ ਲਖਪਤ ਰਾਏ ਕੌਣ ਸੀ, ਭਾਵੇਂ ਅੱਗੇ ਆਪਾਂ ਸਾਂਝ ਕਰਾਂਗੇ, ਮੈਂ ਸੰਖੇਪ ਦੱਸ ਜਾਂ। ਇਹ ਉਹ ਬੰਦਾ ਸੀ ਜਿਹੜਾ ਕਹਿੰਦਾ ਸੀ ਮੈਂ ਲੋਕਾਂ ਨੂੰ ਗੁਰੂ ਦਾ ਨਾਮ ਭੁਲਾ ਦੇਣਾ। ਇੱਕ ਖੱਤਰੀ ਨੇ ਪੰਥ ਸ਼ੁਰੂ ਕਰਿਆ ਸੀ, ਕਹਿੰਦਾ ਗੁਰੂ ਗੋਬਿੰਦ ਸਿੰਘ ਖੱਤਰੀ ਨੇ, ਤੇ ਆਹ ਦੂਜਾ ਖੱਤਰੀ ਲਖਪਤ ਰਾਏ ਖਤਮ ਕਰੂਗਾ। ਲੋਕਾਂ ਨੂੰ ਹੁਕਮ ਕਰ ਦਿੱਤਾ ਸੀ ਕਿਸੇ ਕਿਤਾਬ ਨੂੰ ਗ੍ਰੰਥ ਨਹੀਂ ਕਹਿਣਾ, ਕਿਉਂਕਿ ਗ੍ਰੰਥ ਕਹੇ ਤੋਂ ਗੁਰੂ ਗ੍ਰੰਥ ਯਾਦ ਆਉਂਦਾ। ਮੈਂ ਗੁਰੂ ਗਾਰੂ ਤਾਂ ਭੁਲਾ ਦੇਣਾ ਲੋਕਾਂ ਦੇ ਮੂੰਹ ਚੋਂ, ਦਿਮਾਗ ਚੋਂ ਕੱਢ ਦੇਣਾ ਗ੍ਰੰਥ ਲਫ਼ਜ਼। ਗੁੜ ਨੂੰ ਗੁੜ ਨਹੀਂ ਕਹਿਣਾ, ਕਿਉਂਕਿ ਗੁੜ ਕਹੇ ਤੋਂ ਗੁਰੂ ਚੇਤੇ ਆਉਂਦਾ। ਮੈਂ ਗੁਰੂ ਨਹੀਂ ਕਹਿਣ ਦੇਣਾ, ਮੈਂ ਭੁਲਾ ਦੇਣਾ ਵੀ ਗੁਰੂ ਵੀ ਕੋਈ ਚੀਜ਼ ਸੀ। ਰੋੜੀ ਕਿਹਾ ਕਰੋ ਜਾਂ ਭੇਲੀ ਕਿਹਾ ਕਰੋ। 10,000 ਸਿੱਖਾਂ ਨੂੰ ਇਹਨੇ ਸ਼ਹੀਦ ਕੀਤਾ ਸੀ ਇੱਕੋ ਦਿਨ 'ਚ, ਉਹਨਾਂ ਟਾਈਮਾਂ 'ਚ ਜਦੋਂ ਮੁੱਠੀ ਭਰ ਸਿੱਖ ਤੇ, ਜਿਹਨੂੰ ਛੋਟਾ ਘੱਲੂ ਘਾਰਾ ਕਿਹਾ ਜਾਂਦਾ। ਛੋਟਾ ਘੱਲੂ ਘਾਰਾ ਇਸ ਲਖਪਤ ਰਾਏ ਨੇ ਕੀਤਾ ਸੀ। ਤੇ ਇਸ ਲਖਪਤ ਰਾਏ ਨੂੰ ਜਿਉਂਦੇ ਨੂੰ ਫਿਰ ਸਿੱਖਾਂ ਨੇ ਫੜਿਆ ਸੀ ਤੇ ਇਹਨੂੰ ਦਿੱਤਾ ਸੀ ਕੁੰਭੀ ਨਰਕ। ਕੁੰਭੀ ਨਰਕ ਮੈਨੂੰ ਐਕਸਪਲੇਨ ਕਰਦੇ ਨੂੰ ਵੀ ਥੋੜ੍ਹਾ ਜਿਹਾ ਹੁੰਦਾ, ਪਰ ਕਿਉਂਕਿ ਦੱਸਣਾ ਪਊਗਾ ਵੀ ਕਿਹੋ ਜਿਹੀ ਸਜ਼ਾ ਸੀ। ਇਹਦੇ ਲਈ ਸਪੈਸ਼ਲ ਜ਼ਮੀਨ ਦੇ ਵਿੱਚ ਇੱਕ ਵੱਡਾ ਟੋਆ ਪੱਟਿਆ ਗਿਆ, ਉਹਦੇ ਵਿੱਚ ਇਹਨੂੰ ਬੰਨ੍ਹ ਕੇ ਰੱਖਿਆ, ਉੱਤੇ ਛੱਤ ਪਾਈ ਗਈ। ਛੱਤ ਦੇ ਵਿੱਚ ਟੋਇਲਟ, ਜਿਹਨੂੰ ਆਪਾਂ ਅੱਜ ਕੱਲ੍ਹ ਟੋਇਲਟ ਸੀਟਾਂ ਕਹਿ ਦਿੰਦੇ ਹਾਂ, ਕਹਿ ਲਓ ਟੋਇਲਟ ਬਣਾਈ ਗਈ। ਤੇ ਉਹ ਸਾਰੇ ਸਿੰਘ ਉੱਥੇ ਜਾਂਦੇ ਤੇ ਜੰਗਲ ਪਾਣੀ, ਤੇ ਤਕਰੀਬਨ ਕਈ ਮਹੀਨੇ ਉੱਥੇ ਇਹ ਤੜਫ ਕੇ ਮਰਿਆ ਸੀ। ਸਿਰਫ ਇਹਦੀ ਮੌਤ ਤੋਂ ਬਾਅਦ ਫਿਰ, ਕਿਉਂਕਿ ਇਹਨੂੰ ਤੜਫਦਾ ਸਿੱਖਾਂ ਨੇ ਦੇਖਿਆ, ਫਿਰ ਇਹੀ ਫੈਸਲਾ ਕਰਿਆ ਵੀ ਨਹੀਂ, ਇਹੋ ਜਿਹਾ ਕੰਮ ਸਿੱਖ ਆਪਾਂ ਨਹੀਂ ਕਰਾਂਗੇ। ਜਿਹੜਾ ਜ਼ੁਲਮ ਕਰਨ ਵਾਲਾ ਬਸ ਉਹਨੂੰ ਖਤਮ ਕਰ ਦਿਓ, ਆਹ ਤਸੀਹਿਆਂ ਵਾਲਾ ਕੰਮ ਨਾ ਕਰਿਆ ਜਾਵੇ। 2 ਬੰਦਿਆਂ ਨੂੰ ਜ਼ਰੂਰ ਦਿੱਤੇ ਗਏ ਨੇ। ਸੋ ਕੁੰਭੀ ਨਰਕ ਦੇ ਨਾਲ ਇਹਨੂੰ ਮਾਰਿਆ ਗਿਆ ਸੀ। ਸੋ ਗੱਲ ਕਰ ਰਹੇ ਸੀ ਆਪਾਂ ਵਜ਼ੀਰ ਖਾਨ ਦੀ। ਬਾਕੀ ਇਹਦੀ ਲਖਪਤ ਰਾਏ ਔਰ ਜਸਪਤ ਰਾਏ ਇੱਕ ਇਹਦਾ ਭਰਾ ਵੀ ਸੀ, ਉਹਦੀ ਆਪਾਂ ਬਾਅਦ 'ਚ ਗੱਲ ਕਰਾਂਗੇ। ਵਜ਼ੀਰ ਖਾਨ ਨੂੰ ਖਤਮ ਕੀਤਾ। ਸੁੱਚਾ ਨੰਦ ਦਾ ਪੂਰਾ ਪਰਿਵਾਰ, ਕਾਫੀ ਖਾਨ ਲਿਖਦਾ ਕਿ ਐਂ ਲੱਗਦਾ ਸੀ ਵੀ ਸੁੱਚਾ ਨੰਦ ਨੇ ਜਿੰਨਾ ਮਾਲ ਅਸਬਾਬ ਕਹਿੰਦਾ ਕਮਾਇਆ ਸੀ, ਉਹ ਸ਼ਾਇਦ ਇਸੇ ਦਿਨ ਲਈ ਲੁੱਟ ਦਾ ਮਾਲ ਕਮਾਇਆ ਸੀ। ਕਿਹੜਾ ਜ਼ੁਲਮ ਸੀ ਕਹਿੰਦਾ ਜਿਹੜਾ ਇਸ ਅਹਿਲਕਾਰ ਨੇ ਸ਼ਹੀਦ ਦੀ ਵਜ਼ਾਰਤ 'ਚ ਨਹੀਂ ਕੀਤਾ ਸੀ। ਸ਼ਹੀਦ ਉਹ ਵਜ਼ੀਰ ਖਾਨ ਨੂੰ ਲਿਖਦਾ, ਕਿਉਂਕਿ ਉਹਨਾਂ ਦਾ ਉਹ ਸ਼ਹੀਦ ਹੈ ਕਿ ਵਜ਼ੀਰ ਖਾਨ ਸ਼ਹੀਦ। ਉਸ ਯੋਧੇ ਦੇ ਵਜ਼ਾਰਤ 'ਚ ਕਿਹੜਾ ਜ਼ੁਲਮ ਸੀ ਜਿਹੜਾ ਸੁੱਚਾ ਨੰਦ ਨੇ ਨਹੀਂ ਕੀਤਾ ਸੀ, ਇਹ ਮੁਸਲਮਾਨ ਇਤਿਹਾਸਕਾਰ ਲਿਖ ਰਹੇ। ਤੇ ਪਰ ਐਂ ਲੱਗਦਾ ਕਹਿੰਦਾ ਇਹਦਾ ਮਾਲ ਅਸਬਾਬ, ਇਹਦੀ ਹਵੇਲੀ, ਇਹਦੀ ਦੌਲਤ ਇਸੇ ਦਿਨ ਲਈ ਬਣੀ ਸੀ। ਸੋ ਸਿੱਖਾਂ ਨੇ ਇਹਦਾ ਪੂਰੇ ਦਾ ਪੂਰਾ ਖਾਨਦਾਨ ਖਤਮ ਕੀਤਾ। ਗੰਗੂ ਸੀ ਜਿਹੜਾ, ਉਹ ਪਹਿਲਾਂ ਹੀ ਮਾਰਿਆ ਜਾ ਚੁੱਕਿਆ ਸੀ। ਉਹਦੇ ਬਾਰੇ ਲਿਖਿਆ ਮਿਲਦਾ ਜਦੋਂ ਗੰਗੂ ਮਾਤਾ ਜੀ ਨੇ, ਜਦੋਂ ਗੰਗੂ ਨੇ ਮਾਤਾ ਜੀ ਨੂੰ ਗ੍ਰਿਫਤਾਰ ਕਰਾਇਆ। ਇਹ ਆਪਾਂ ਸੁਣਦੇ ਹਾਂ ਕਿ ਇੱਕ ਸੋਨੇ ਦੀ ਜਾਂ ਮੋਹਰਾਂ ਸੀ, ਕੁਛ ਕੁ ਮੋਹਰਾਂ ਦੀ ਪੋਟਲੀ ਸੀ ਔਖੇ ਵੇਲੇ ਲਈ ਕਿਉਂਕਿ ਤੁਹਾਨੂੰ ਦੱਸਿਆ ਵੀ ਦੌਲਤ ਤੋਂ ਬਿਨਾਂ ਕਿਤੇ ਕੁਛ ਨਹੀਂ ਮਿਲਦਾ। ਉਹ ਜਦੋਂ ਗ੍ਰਿਫਤਾਰ ਕਰਵਾਇਆ ਨਾ, ਮਾਤਾ ਜੀ ਨੇ ਇੱਕੋ ਗੱਲ ਕਹੀ ਸੀ, ਗੰਗਿਆ ਜਿਹੜੀ ਦੌਲਤ ਲਈ ਇਹ ਪਾਪ ਕੀਤਾ ਨਾਲ ਨਹੀਂ ਜਾਣੀ। ਉਹ ਜਿਹੜੇ ਫੌਜੀ ਫੜਨ ਆਏ ਤੇ ਜਾਨੀ ਖਾਂ ਤੇ ਮਾਨੀ ਖਾਂ ਇੱਥੇ ਸਟਰਾਈਕ ਕੀਤਾ ਵੀ ਪੈਸਾ ਹੈ ਕੋਈ, ਪਰ ਉੱਥੇ ਗੱਲ ਚੁੱਪ ਹੋ ਗਈ। ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਾਰੀ ਗੱਲਬਾਤ ਹੋ ਗਈ, ਉਹਨਾਂ ਨੇ ਵਜ਼ੀਰ ਖਾਨ ਨੂੰ ਦੱਸਿਆ ਵੀ ਇਹਦੇ ਕੋਲ ਪੈਸੇ ਵੀ ਨੇ ਕੋਈ ਲੁਕੋਏ ਹੋਏ। ਮਾਤਾ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਭਾਈ ਗੁਰੂ ਪਾਤਸ਼ਾਹ ਦੇ ਕੋਲੇ ਜੋ ਦੌਲਤ ਸੀ ਸ਼ਾਇਦ ਮਾਤਾ ਜੀ ਲੈ ਆਏ ਤੇ ਇਸ ਨੇ ਉਹ ਲੁਕੋਈ ਹੋਈ ਹੈ। ਤੇ ਜਦੋਂ ਉਸ ਦੌਲਤ ਬਾਰੇ ਪਤਾ ਲੱਗਿਆ ਤਾਂ ਸੁੱਚਾ ਨੰਦ ਗੰਗੂ ਨੂੰ ਇਹਨੇ ਪੁੱਛਿਆ ਵਜ਼ੀਰ ਖਾਨ ਨੇ ਕਿ ਦੱਸ ਕਿੱਥੇ ਹੈ। ਪਹਿਲਾਂ ਤਾਂ ਮੁੱਕਰ ਗਿਆ, ਫਿਰ ਸਖਤੀ ਕੀਤੀ। ਜਦੋਂ ਸਖਤਾਈ ਕੀਤੀ ਗਈ ਇਸ ਦੇ ਉੱਤੇ ਤਾਂ ਇਹਨੇ ਮੰਨ ਗਿਆ ਕਿ ਮੇਰੇ ਕੋਲੇ ਪੈਸੇ ਨੇ। ਉਹ ਪੈਸੇ ਇਹ ਬਾਹਰ ਕਿਤੇ ਲੁਕੋ ਚੁੱਕਿਆ ਸੀ, ਜ਼ਮੀਨ 'ਚ ਦੱਬ ਚੁੱਕਿਆ ਸੀ। ਤੇ ਇਹਨੇ ਕਿਹਾ ਮੈਂ ਉੱਥੇ ਦੱਬੇ ਨੇ। ਜਦੋਂ ਉੱਥੇ ਗਏ ਤਾਂ ਇਹਦਾ ਦਿਮਾਗ ਤੇ ਕਹਿ ਲਓ ਕਿ ਅਸਰ ਕਰ ਗਿਆ ਜਾਂ ਡਰ ਗਿਆ ਕਿ ਇਹਨੂੰ ਇਹ ਭੁੱਲ ਗਿਆ ਕਿ ਮੈਂ ਦੱਬੇ ਕਿੱਥੇ ਸੀ। ਇਹ ਭੁੱਲ ਗਿਆ, ਗੁਆਚ ਗਿਆ। ਤੇ ਉਹ ਜ਼ੁਲਮ ਕਰਦੇ ਰਹੇ, ਇਹਨੂੰ ਮਾਰਦੇ ਕੁੱਟਦੇ ਰਹੇ ਵੀ ਪੈਸੇ ਕਿੱਥੇ ਨੇ। ਤੇ ਇਹ ਕਹਿੰਦਾ ਰਿਹਾ ਇੱਥੇ ਦੱਬੇ ਸੀ, ਇੱਥੇ ਦੱਬੇ ਸੀ, ਤੇ ਥਾਂ ਥਾਂ ਤੇ ਫਿਰਦਾ ਰਿਹਾ। ਇਸ ਕੁੱਟ ਦਾ ਮਾਰਿਆ ਗੰਗੂ ਖਤਮ ਹੋ ਗਿਆ। ਬੰਦਾ ਸਿੰਘ ਬਹਾਦਰ ਦੇ ਹਮਲੇ ਤੋਂ ਪਹਿਲਾਂ ਜਦੋਂ ਬੰਦਾ ਸਿੰਘ ਬਹਾਦਰ ਨੇ ਖੇੜੀ ਸਹੇੜੀ ਜਿਹਨੂੰ ਆਪਾਂ ਕਹਿੰਦੇ ਹਾਂ ਉਹ 'ਤੇ ਹਮਲਾ ਕੀਤਾ ਤਾਂ ਇਹਦਾ ਗੰਗੂ ਦਾ ਪਰਿਵਾਰ, ਇਹਦਾ ਮੁੰਡਾ ਸਾਰਾ ਕੁਝ ਛੱਡ ਛਡਾ ਕੇ ਉੱਥੋਂ ਭੱਜ ਗਏ ਸੀ, ਜਿਹਦੇ ਕਰਕੇ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋਣੋਂ ਇਹ ਬਚ ਗਏ। ਉਹ ਨੱਸ ਗਿਆ ਉੱਥੋਂ। ਸੁੱਚਾ ਨੰਦ ਦਾ ਸਾਰਾ ਪਰਿਵਾਰ ਮਾਰਿਆ ਗਿਆ। ਸਾਰੇ ਸਰਹੰਦ ਨੂੰ ਢਹਿ ਢੇਰੀ ਕੀਤਾ ਗਿਆ, ਭਾਵ ਕਿ ਵੱਡੀਆਂ ਜਿਹੜੀਆਂ ਬਿਲਡਿੰਗਾਂ ਇਹਨਾਂ ਦੇ ਜ਼ੁਲਮ ਕਰਨ ਵਾਲੇ ਆ, ਗੜੀਆਂ ਸੀ, ਕਿਲੇ ਸੀ, ਉਹ ਤਬਾਹ ਕੀਤੇ ਗਏ।
ਤੇ ਕਤਲੋਗਾਰਤ ਬਹੁਤ ਜ਼ਿਆਦਾ ਹੋਈ, ਕਿਉਂਕਿ ਗੁੱਸਾ ਕੱਲਾ ਇਹ ਨਹੀਂ ਕਿ ਸਿੱਖਾਂ ਨੂੰ ਸੀ, ਆਮ ਜਨਤਾ ਨੂੰ ਬਹੁਤ ਸੀ, ਕਿਉਂਕਿ ਲੋਕਾਂ ਦੇ ਉੱਤੇ, ਆਲੇ ਦੁਆਲੇ ਦੇ ਪਿੰਡਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਜਾਂਦਾ ਸੀ। ਉਹ ਲੋਕ ਵੀ ਉੱਠ ਕੇ ਬਾਬਾ ਜੀ ਦੇ ਨਾਲ ਆਏ ਹੋਏ ਤੇ ਉਹਨਾਂ ਨੇ ਰੱਜ ਰੱਜ ਬਦਲੇ ਲਏ। ਤੇ ਜਦੋਂ ਇਹ ਕਾਂਡ ਜ਼ਿਆਦਾ ਵੱਧਦਾ ਗਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਹੁਕਮ ਕੀਤਾ ਕਿ ਹੁਣ ਕਤਲੇਆਮ ਰੋਕ ਦਿਓ, ਕੋਈ ਵੀ ਇਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕਰੂਗਾ। ਭਾਵੇਂ ਬਹੁਤ ਸਾਰੇ ਸਿੱਖਾਂ ਨੇ ਬੁਰਾ ਮਨਾਇਆ ਇਸ ਗੱਲ ਦਾ ਕਿ ਸਾਨੂੰ ਰੋਕਿਆ ਕਿਉਂ ਗਿਆ। ਅਸੀਂ ਤਾਂ ਪਰਨ ਕੀਤਾ ਹੋਇਆ ਕਿ ਇਸ ਥਾਂ ਨੂੰ ਲੋਹੇ ਦੇ ਸੁਹਾਗੇ ਪਾ ਕੇ, ਲੋਹੇ ਦੇ ਸੁਹਾਗਿਆਂ ਨਾਲ ਮਲੀਆ ਮੇਟ ਕਰਨਾ, ਤਬਾਹ ਕਰਨਾ। ਅਰਦਾਸ ਕੀਤੀ ਹੋਈ ਹੈ ਤੇ ਤੁਸੀਂ ਰੋਕਦੇ ਕਿਉਂ? ਬਾਬਾ ਜੀ ਨੇ ਕਿਹਾ ਉਹ ਵੀ ਅਰਦਾਸਾਂ ਪੂਰੀਆਂ ਹੋ ਜਾਣਗੀਆਂ, ਪਰ ਹਾਲੇ ਸਮਾਂ ਨਹੀਂ। ਕਿਸੇ ਧਾਰਮਿਕ ਅਸਥਾਨ ਨੂੰ ਬੰਦਾ ਸਿੰਘ ਨੇ ਹੱਥ ਨਹੀਂ ਲਾਇਆ। ਅੱਜ ਵੀ ਜਾ ਕੇ ਦੇਖ ਸਕਦੇ ਹੋ, ਫਤਿਹਗੜ੍ਹ ਸਾਹਿਬ ਗੁਰੂ ਘਰ ਦੇ ਨਾਲ ਹੀ ਬਹੁਤ ਵੱਡੀਆਂ ਮਸਜਿਦਾਂ ਤੁਹਾਨੂੰ ਦਿਸ ਜਾਣਗੀਆਂ। ਕਿਸੇ ਮਸਜਿਦ ਨੂੰ ਬਾਬਾ ਜੀ ਨੇ ਹੱਥ ਨਹੀਂ ਲਾਇਆ, ਕਿਉਂਕਿ ਉਹ ਕਿਸੇ ਧਾਰਮਿਕ ਅਸਥਾਨ ਨੂੰ ਢਾਉਣ ਲਈ ਜਾਂ ਬਦਲੇ ਲੈਣ ਦੀ ਭਾਵਨਾ ਨਾਲ ਨਹੀਂ ਆਏ ਸੀ। ਇਸੇ ਦਿਨ ਤੋਂ ਸਰਹੰਦ ਦੀ ਜਿੱਤ ਤੋਂ ਨਵਾਂ ਸੰਮਤ ਜਾਰੀ ਹੋਇਆ, ਸਿੱਖ ਸੰਮਤ ਜਿਹਨੂੰ ਆਪਾਂ ਕਹਿੰਦੇ ਹਾਂ, ਕਿਉਂਕਿ ਸਾਰੇ ਰਾਜੇ ਮਹਾਰਾਜੇ ਆਪਣੀ ਜਿੱਤ ਤੋਂ ਸੰਮਤ ਜਾਰੀ ਕਰਦੇ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਸੰਮਤ ਜਾਰੀ ਕੀਤਾ। ਸੋ ਇਹ ਵੱਡਾ ਕਾਰਜ ਸੀ। ਸਰਹੰਦ ਨੂੰ ਫਤਿਹ ਕਰਕੇ ਫਿਰ ਬਾਬਾ ਜੀ ਨੇ ਉਸ ਕਤਲੋਗਾਰਤ ਨੂੰ ਰੋਕ ਕੇ ਹੁਣ ਇੱਕ ਚੰਗਾ ਸਿਸਟਮ ਤੇ ਚੰਗਾ ਰਾਜ ਪ੍ਰਬੰਧ ਲੋਕਾਂ ਨੂੰ ਦੇਣਾ ਸੀ, ਕਿਉਂਕਿ ਵਧੀਕੀਆਂ ਆਮ ਤੌਰ ਤੇ ਜੰਗਾਂ ਦੇ ਵਿੱਚ ਹੋਏ ਜਾਂਦੀਆਂ ਨੇ। ਤੇ ਕਹਿੰਦੇ ਨੇ, ਕੇਸਰ ਸਿੰਘ ਛਿੱਬਰ ਲਿਖਦਾ, ਇਹ ਆਪਣਾ ਡਾਕਟਰ ਸੁਖਦਿਆਲ ਸਿੰਘ ਨੇ ਵੀ ਜ਼ਿਕਰ ਕੀਤਾ ਕਿ ਇੱਕ ਵਾਰੀ ਬੰਦਾ ਸਿੰਘ ਬਹਾਦਰ ਕੋਲੇ ਇੱਕ ਔਰਤ, ਮੁਸਲਮਾਨ ਔਰਤ ਫਰਿਆਦ ਲੈ ਕੇ ਆਈ। ਉਹਨਾਂ ਦਾ ਪਰਿਵਾਰ ਆਇਆ ਕਿ ਬਾਬਾ ਜੀ ਮੇਰੇ ਨਾਲ ਇੱਕ ਸਿੱਖ ਨੇ ਬਦਤਮੀਜ਼ੀ ਕੀਤੀ ਹੈ, ਮੇਰੀ ਅਜ਼ਮਤ ਰੋਲੀ ਹੈ। ਤਾਂ ਬਾਬਾ ਜੀ ਬਹੁਤ ਗੰਭੀਰ ਹੋ ਕੇ ਉਹਨੂੰ ਸੁਣਿਆ ਕਿ ਉਹ ਕਹਿਣਾ ਕੀ ਚਾਹੁੰਦੀ ਹੈ, ਖਾਮੋਸ਼ ਹੋ ਗਏ। ਹੁਣ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਦੇ ਹਾਕਮ ਵੀ ਕੀ ਕਰਦੇ ਨੇ, 10 ਲੱਖ ਰੁਪਈਆ ਇੱਕ ਸਰਕਾਰੀ ਨੌਕਰੀ ਤੇ ਗੱਲ ਰਫਾ ਦਫਾ। ਉਹਨਾਂ ਵੇਲਿਆਂ 'ਚ ਤਾਂ ਮਾਲਕਾਂ ਨੂੰ ਕੋਈ ਕੁਝ ਕਹਿ ਹੀ ਨਹੀਂ ਸਕਦਾ ਸੀ। ਤੇ ਦੂਜਾ ਇਹ ਵੀ ਸੀ ਕਿ ਸਿੱਖਾਂ ਨਾਲ ਜਾਂ ਹਿੰਦੂਆਂ ਨਾਲ ਇਹ ਕੁਝ ਹੁਣ ਤੱਕ ਹੁੰਦਾ ਹੈ, ਜੇ ਇਹਨਾਂ ਨਾਲ ਹੋ ਗਿਆ ਤਾਂ ਕਿੱਡੀ ਗੱਲ ਹੈ। ਬਾਬਾ ਜੀ ਜਾਂ ਤਾਂ ਇਹਨੂੰ ਖਤਮ ਕਰਨਗੇ, ਜਾਂ ਇਹਦੇ ਪਰਿਵਾਰ ਨੂੰ ਖਤਮ ਕਰਨਗੇ, ਜਾਂ ਧਮਕਾ ਕੇ ਜਾਂ ਪੈਸੇ ਦੇ ਕੇ ਚੁੱਪ ਕਰਾ ਦੇਣਗੇ, ਕੀ ਫੈਸਲਾ ਹੋਊਗਾ। ਪਰ ਬਾਬਾ ਜੀ ਨੇ ਚੁੱਪਚਾਪ ਇੱਕ ਕਮੇਟੀ ਬਣਾਈ ਕਿ ਪੜਤਾਲ ਕਰੋ ਕਿ ਜੋ ਬੀਬਾ ਜੀ ਨੇ ਤੌਮਤ ਜਾਂ ਗੱਲ ਆਖੀ ਹੈ ਸਿੱਖ ਬਾਰੇ ਸਹੀ ਹੈ ਕਿ ਗਲਤ ਹੈ। ਉਹਨਾਂ ਨੇ ਆਪਦੇ ਤੌਰ ਤੇ ਪੜਤਾਲ ਕੀਤੀ ਔਰ ਬਾਬਾ ਜੀ ਨੂੰ ਰਿਪੋਰਟ ਪੇਸ਼ ਕੀਤੀ ਕਿ ਹਾਂ, ਜੋ ਇਸ ਬੀਬਾ ਜੀ ਨੇ ਕਿਹਾ ਉਹ ਬਿਲਕੁਲ ਸੱਚ ਹੈ ਤੇ ਉਹ ਸਿੱਖ ਸੀ। ਤੇ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਸੀ ਵੀ ਬਾਬਾ ਜੀ ਹੁਣ ਕਰਨਗੇ ਕੀ। ਔਰ ਇਤਿਹਾਸਕਾਰ ਲਿਖਦੇ ਨੇ ਕਿ ਉਸ ਬੰਦੇ ਨੂੰ ਸਭ ਦੇ ਸਾਹਮਣੇ ਤੋਪ ਦੇ ਮੂੰਹ ਨਾਲ ਬੰਨ੍ਹ ਕੇ ਉਡਾ ਦਿੱਤਾ ਕਿ ਕਿਸੇ ਵੀ ਸਿੱਖ ਨੂੰ ਜਾਂ ਕਿਸੇ ਆਮ ਬੰਦੇ ਨੂੰ ਵੀ ਗੈਰ ਕਾਨੂੰਨੀ ਜਾਂ ਮਾੜਾ ਕੰਮ ਕਰਨ ਦੀ ਆਗਿਆ ਨਹੀਂ ਹੈ। ਸੋ ਇਹੋ ਜਿਹਾ ਉਹਨਾਂ ਦਾ ਦਹਿਸ਼ਤ ਪਈ ਮੁੜ ਕੇ ਕਿ ਕਿਸੇ ਨੇ ਗਲਤ ਨਿਗਾਹ ਨਾਲ ਝਾਕਣਾ ਵੀ ਡਰ ਸੀ, ਕਿ ਦੇਖਣਾ ਵੀ ਗੁਨਾਹ ਹੈ। ਸੋ ਇਸ ਢੰਗ ਦਾ ਰਾਜ ਪ੍ਰਬੰਧ ਉਹਨਾਂ ਨੇ ਸ਼ੁਰੂ ਕੀਤਾ। ਨਾਲ ਹੁਕਮ ਕਰਤਾ ਕਿ ਆਪੋ ਆਪਣੇ ਜਿਹੜੇ ਤੁਹਾਡੇ ਏਰੀਏ ਦੇ ਆਹ ਨੇ ਚੌਧਰੀ ਜ਼ਮੀਨਾਂ ਦੇ ਮਾਲਕ, ਇਹਨਾਂ ਨੂੰ ਖਤਮ ਕਰੋ ਤੇ ਮਾਲਕ ਬਣੋ ਜ਼ਮੀਨਾਂ ਦੇ। ਸੋ ਸਾਰੇ ਪਿੰਡਾਂ ਦੇ ਪਿੰਡ ਉੱਠ ਖੜੇ। ਜ਼ਿਮੀਂਦਾਰਾਂ ਨੂੰ, ਜੋ ਕਿ ਵੱਡੇ ਵੱਡੇ ਇਲਾਕਿਆਂ ਦੇ, ਇੱਕ ਨਹੀਂ ਕਿ ਕਈ ਪਿੰਡਾਂ ਦੇ ਮਾਲਕ ਹੁੰਦੇ ਸੀ, ਕੋਈ ਇੱਕ ਪਿੰਡ ਦਾ, ਕੋਈ 2 ਦਾ, ਕੋਈ 10 ਪਿੰਡਾਂ ਦਾ, ਉਹ ਇਕੱਲੇ ਰਾਜ ਕਰਦੇ ਸੀ। ਜੱਟ ਜ਼ਿਮੀਂਦਾਰ ਜਾਂ ਜਿਹੜੇ ਆਮ ਲੋਕ ਨੇ ਉਹ ਉਹਨਾਂ ਦੇ ਨੌਕਰ ਹੁੰਦੇ ਤੇ, ਕਾਸ਼ਤਕਾਰ ਹੁੰਦੇ ਤੇ, ਉਹਨਾਂ ਨੂੰ ਸਿਰਫ ਖਾਣਾ ਹੀ ਮਿਲਦਾ ਸੀ। ਐਂ ਸਮਝ ਲਓ ਕਿ ਬੰਧੂਆ ਮਜ਼ਦੂਰ, ਜਿਵੇਂ ਗੁਲਾਮ ਕਹਿ ਦਿੰਦੇ ਆ, ਉਹ ਗੁਲਾਮੀ ਦਾ ਕੰਮ ਕਰਦੇ ਤੇ ਉਹਨਾਂ ਕੋਲੇ। ਤੇ ਬਾਬਾ ਬੰਦਾ ਸਿੰਘ ਬਹਾਦਰ ਸੀ ਜਿਹਨੇ ਅੰਗਰੇਜ਼ਾਂ ਤੋਂ ਵੀ 200-250 ਸਾਲ ਪਹਿਲਾਂ ਜ਼ਿਮੀਂਦਾਰਾ ਸਿਸਟਮ ਨੂੰ ਖਤਮ ਕੀਤਾ। ਅੰਗਰੇਜ਼ ਬਾਅਦ 'ਚ ਆਏ, ਖਤਮ ਉਹਨਾਂ ਤੋਂ ਵੀ ਨਹੀਂ ਹੋਇਆ। ਉਹ ਖਤਮ ਨਹੀਂ ਕਰ ਸਕੇ ਪੂਰੀ ਤਰ੍ਹਾਂ, ਕਾਨੂੰਨ ਵੀ ਬਣਾਏ, ਬੜਾ ਕੁਛ ਕੀਤਾ, ਨਹੀਂ ਕਰ ਸਕੇ। ਪਰ ਬੰਦਾ ਸਿੰਘ ਬਹਾਦਰ ਜਿੰਨੇ ਏਰੀਏ 'ਚ ਰਿਹਾ, ਚਾਹੇ ਥੋੜ੍ਹਾ ਜਿਹਾ ਸਮਾਂ ਰਿਹਾ, ਉਹਨੇ ਜ਼ਿਮੀਂਦਾਰਾ ਸਿਸਟਮ ਖਤਮ ਕਰ ਦਿੱਤਾ, ਜਿਹਦੇ ਕਰਕੇ ਸਿੱਖੀ 'ਚ ਬਹੁਤ ਵੱਡਾ ਵਾਧਾ ਹੋਇਆ। ਆਮ ਲੋਕ, ਗਰੀਬ ਜਨਤਾ ਧੜਾ ਸਿੱਖ ਬਣਨ ਲੱਗੀ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਹੁਕਮ ਕਰਤਾ ਕਿ ਤੁਸੀਂ ਮਾਲਕ ਹੋ, ਜਿਹੜਾ ਜ਼ਮੀਨ ਨੂੰ ਜਿੰਨੀ ਨੂੰ ਬਾਹਰਿਆ ਉਹੀ ਮਾਲਕ ਹੈ, ਕੋਈ ਤੁਹਾਡਾ ਅਮੀਰ ਵਜ਼ੀਰ ਨਹੀਂ। ਤੁਹਾਨੂੰ ਉਸ ਵੇਲੇ ਦੀ ਹਾਲਤ ਇਹ ਦੱਸ ਦੇਵਾਂ ਕਿ ਜਿਹੜੇ ਦਲਿਤ ਸੀ, ਜਿਨ੍ਹਾਂ ਨੂੰ ਅੱਜ ਸ਼ੂਦਰ ਕਿਹਾ ਜਾਂਦਾ ਹੈ, ਉਹ ਪੱਗ ਨਹੀਂ ਬੰਨ੍ਹ ਸਕਦੇ ਤੇ। ਇਹ ਉੱਚ ਸ਼੍ਰੇਣੀਆਂ ਵੱਲੋਂ ਹੁਕਮ ਸੀ। ਉਹ ਖੱਤਰੀ, ਬ੍ਰਾਹਮਣ ਉਹਨਾਂ ਵੱਲੋਂ ਸੀ, ਹਿੰਦੂ ਜਾਤੀ ਵਿੱਚੋਂ, ਤੇ ਹਾਕਮਾਂ ਵੱਲੋਂ ਸਾਰਿਆਂ ਲਈ ਉਹ ਸੀ।
ਪੱਗ ਨਹੀਂ ਬੰਨ੍ਹ ਸਕਦੇ, ਪੈਰਾਂ 'ਚ ਜੁੱਤੀ ਨਹੀਂ ਪਾ ਸਕਦੇ। ਜੇ ਕਿਤੇ ਬਾਹਰ ਅੰਦਰ ਜਾਣ ਲੱਗੇ ਪਾਉਣੀ ਵੀ ਹੈ ਤਾਂ ਪਿੰਡ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਨੂੰ ਪੈਰਾਂ 'ਚੋਂ ਜੁੱਤੀ ਕੱਢਣੀ ਪੈਂਦੀ ਸੀ ਤੇ ਸਿਰ ਤੋਂ ਪੱਗ ਲਾ ਕੇ ਪਿੰਡ 'ਚ ਦਾਖਲ ਹੋਣਾ ਪੈਂਦਾ ਸੀ। ਇਹ ਚੀਜ਼ਾਂ ਨੂੰ ਡੀਪਲੀ ਜੇ ਤੁਸੀਂ ਸਮਝਣਾ ਚਾਹੁੰਦੇ ਹੋ, ਭਾਰਤੀ ਲੋਕ ਨੀਚ ਕਿਵੇਂ ਬਣੇ, ਗੁਰਨਾਮ ਸਿੰਘ ਮੁਕਤਸਰ ਦੀ ਕਿਤਾਬ ਹੈ, ਉਹਨੂੰ ਤੁਸੀਂ ਪੜ੍ਹ ਸਕਦੇ ਹੋ। ਉਹ 'ਚ ਪੂਰੀਆਂ ਡਿਟੇਲਾਂ ਨੇ ਇਹਨਾਂ ਚੀਜ਼ਾਂ ਦੀਆਂ ਕਿ ਭਾਰਤੀ ਲੋਕਾਂ ਦੀ ਆ ਜਿਹੜੀ ਜਾਤ ਪ੍ਰਥਾ ਹੈ ਉਹਦੇ ਉੱਤੇ ਪੂਰੀ ਗ੍ਰੰਥ ਹੈ, ਬਹੁਤ ਮੋਟਾ, ਮੇਬੀ 800-900 ਪੰਨਿਆਂ ਦੀ ਕਿਤਾਬ ਹੈ, ਉਹਦੇ 'ਚ ਸਾਰਾ ਕੁਝ ਲਿਖਿਆ ਹੋਇਆ। ਤੁਸੀਂ ਡਿਟੇਲ 'ਚ ਜੇ ਜਾਣਨਾ ਚਾਹੁੰਦੇ ਹੋ ਤਾਂ ਉਹਨੂੰ ਪੜ੍ਹ ਲਿਓ। ਤਾਂ ਹੁਣ ਉਹ ਲਿਖਦਾ, ਇਤਿਹਾਸਕਾਰ ਲਿਖਦਾ ਕਿ ਜਦੋਂ ਉਹੀ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਕੋਲੇ ਜਾਂਦੇ, ਗੁਰੂ ਦੇ ਸਿੱਖ ਬਣ ਕੇ ਆਉਂਦੇ, ਉਹ ਤੋਂ ਪ੍ਰਵਾਨਾ ਲੈ ਕੇ ਆਉਂਦੇ, ਉਹ ਅਮੀਰ ਵਜ਼ੀਰ ਜਿਹੜੇ ਚੌਧਰੀ ਹੁੰਦੇ ਤੇ ਇਲਾਕੇ ਦੇ, ਕਹਿੰਦਾ ਜਿਹੜਿਆਂ ਨੇ ਹੁਕਮ ਕਰਿਆ ਸੀ ਪਿੰਡ 'ਚ ਪੱਗ ਬੰਨ੍ਹ ਕੇ ਨਹੀਂ ਵੜਨਾ, ਉਹ ਬਰੂ ਦੇ ਉੱਤੇ ਪਿੰਡ ਦੀਆਂ ਦਹਿਲੀਜ਼ਾਂ ਦੇ ਉੱਤੇ ਉਹਦੇ ਸਵਾਗਤ ਕਰਨ ਦੇ ਲਈ ਹੱਥ ਬੰਨ੍ਹ ਕੇ ਖੜੇ ਹੁੰਦੇ ਸੀ, ਜੀ ਸਾਡੇ ਲਈ ਕੀ ਹੁਕਮ ਭੇਜਿਆ। ਉਹ ਹਾਕਮ ਬਣ ਕੇ ਮੁੜਦਾ ਸੀ, ਪਿੰਡ ਦਾ ਮਾਲਕ ਬਣ ਕੇ ਮੁੜਦਾ ਸੀ। ਇਹ ਸੀ ਬੰਦਾ ਸਿੰਘ ਬਹਾਦਰ ਦੀ ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੋਂ ਨਾ ਡਰੈ। ਗੁਰਬਾਣੀ ਦਾ ਜੋ ਫਰਮਾਨ ਹੈ ਉਸ ਨੂੰ ਇੰਨ ਬਿੰਨ ਲਾਗੂ ਕੀਤਾ। ਬੇਗਮਪੁਰਾ ਸ਼ਹਿਰ ਕੋ ਨਾਉ, ਬੇਗਮਪੁਰੇ ਦੇ ਵਾਸੀ ਬਣਾਇਆ। ਬੇਗਮ ਭਾਵ ਜਿੱਥੇ ਕੋਈ ਗਮ ਨਾ ਹੋਵੇ। ਸੋ ਇਹੋ ਜਿਹਾ ਰਾਜ ਪ੍ਰਬੰਧ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਇਮ ਕਰਨਾ ਸ਼ੁਰੂ ਕੀਤਾ। ਸਿੱਕਾ ਜਾਰੀ ਕੀਤਾ ਤੇ ਲੋਹਗੜ੍ਹ ਕਿਲ੍ਹਾ, ਜੋ ਲੋਹਗੜ੍ਹ ਸੀ ਮੁਖਲਸਗੜ੍ਹ ਦਾ ਨਾਮ ਬਦਲ ਕੇ ਬਾਬਾ ਜੀ ਨੇ ਨਾਮ ਰੱਖਿਆ ਲੋਹਗੜ੍ਹ। ਤੇ ਉੱਥੇ ਇੱਕ ਕਿਲ੍ਹਾ ਜੋ ਖਸਤਾ ਹਾਲਤ ਸੀ ਉਹਨੂੰ ਤਰਤੀਬ ਦੇ ਕੇ ਤਾਕਤਵਰ ਵਧੀਆ ਕਿਲ੍ਹਾ ਬਣਾਇਆ, ਤੇ ਜਿਹਨੂੰ ਖਾਲਸੇ ਦੀ ਰਾਜਧਾਨੀ, ਪਹਿਲੀ ਰਾਜਧਾਨੀ ਲੋਹਗੜ੍ਹ ਬਣੀ ਹੈ ਖਾਲਸੇ ਦੀ। ਉਸ ਥਾਂ ਦੇ ਉੱਤੇ ਸਿੱਕੇ ਢਾਲੇ ਗਏ। ਔਰ ਇਹ ਵੀ ਕਮਾਲ ਦੀ ਗੱਲ ਹੈ ਕਿ ਉਹਨਾਂ ਵੇਲਿਆਂ 'ਚ ਆਮ ਤੌਰ 'ਤੇ ਰਾਜੇ ਮਹਾਰਾਜੇ ਆਪਣੇ ਨਾਂ ਦੇ ਉੱਤੇ ਸਿੱਕਾ ਜਾਰੀ ਕਰਦੇ ਤੇ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਦੇ ਨਾਮ ਦੇ ਉੱਤੇ ਸਿੱਕਾ ਜਾਰੀ ਕੀਤਾ, ਗੁਰੂ ਦੇ ਨਾਮ ਦੇ ਉੱਤੇ ਮੋਹਰ ਚਲਾਈ, ਆਪਦੇ ਨਾਮ ਤੇ ਨਹੀਂ। ਜਿਹੜੇ ਇਹ ਦੂਸ਼ਣ ਲਾਉਂਦੇ ਨਾ ਕਿ ਬੰਦਾ ਸਿੰਘ ਬਹਾਦਰ ਜੀ ਗੁਰੂ ਬਣ ਕੇ ਬਹਿ ਗਿਆ, ਉਹਦੇ ਹੁਕਮਨਾਮਿਆਂ ਦੇ ਥੱਲੇ ਸਿਗਨੇਚਰ ਜਿੱਥੇ ਹੁੰਦੇ ਨੇ, ਉੱਥੇ ਸਿਗਨੇਚਰਾਂ ਦੀ ਥਾਂ ਤੇ ਲਿਖਿਆ ਹੁੰਦਾ ਬੰਦਾ ਏ ਗੁਰੂ। ਹੁਣ ਇਹ ਫਾਰਸੀ ਦਾ ਢੰਗ ਹੈ ਲਿਖਣ ਦਾ। ਆਪਾਂ ਜਿਹੜੀ ਅੱਜ ਕੱਲ੍ਹ ਆਪਣੀ ਪੰਜਾਬੀ ਲਾ ਲਓ, ਅੰਗਰੇਜ਼ੀ ਲਾ ਲਓ, ਆਪਾਂ ਖੱਬੇ ਤੋਂ ਸੱਜੇ ਨੂੰ ਲਿਖਦੇ ਹਾਂ, ਪਰ ਜਿਹੜੀ ਉਰਦੂ ਫਾਰਸੀ ਹੈ ਉਹ ਸੱਜੇ ਤੋਂ ਖੱਬੇ ਨੂੰ ਲਿਖੀ ਜਾਂਦੀ ਹੈ। ਇਹ ਫਰਕ ਨੂੰ ਸਮਝਿਓ, ਖੱਬੇ ਤੋਂ ਸੱਜੇ ਨੂੰ ਤੇ ਸੱਜੇ ਤੋਂ ਖੱਬੇ, ਜਾਣੀ ਕਿ ਉਲਟ ਪਾਸਿਓਂ ਲਿਖੀ ਜਾਂਦੀ ਹੈ। ਤੇ ਬੰਦਾ ਏ ਗੁਰੂ, ਇਹਦਾ ਮੀਨਿੰਗ, ਕਿਉਂਕਿ ਉਰਦੂ ਫਾਰਸੀ ਦਾ, ਇਹਦਾ ਮੀਨਿੰਗ ਬਣਦਾ ਗੁਰੂ ਦਾ ਬੰਦਾ। ਪਰ ਇੱਥੋਂ ਜਾਣਬੁੱਝ ਕੇ ਇਹਨੂੰ ਬਦਨਾਮ ਕਰਨ ਦੇ ਲਈ ਪਾ ਲਿਆ ਕਿ ਆਹ ਦੇਖੋ ਜੀ ਤਾਂ ਲਿਖਿਆ ਹੋਇਆ ਕਿ ਬੰਦਾ ਗੁਰੂ ਹੈ। ਜਿਹੜਾ ਬੰਦਾ ਆਪਦੇ ਨਾਮ ਦਾ ਸਿੱਕਾ ਨਹੀਂ, ਫਿਰ ਜਿਹੜੀ ਉਹ ਮੋਹਰ ਦਾ ਪੰਜਾਬੀ 'ਚ ਬਾਅਦ 'ਚ ਅਨੁਵਾਦ ਕੀਤਾ ਗਿਆ, ਉਹਦਾ ਅੱਜ ਜੋ ਮੀਨਿੰਗ ਕਹਿ ਵੀ ਬਣਦਾ, ਉਦੋਂ ਵੀ ਪਹਿਲਾਂ ਉਰਦੂ ਫਾਰਸੀ 'ਚ ਰੱਖਿਆ, ਫਿਰ ਇਹਨਾਂ ਨੇ ਬਾਅਦ 'ਚ ਚੇਂਜ ਕਰ ਲਿਆ, ਜਿਹਨੂੰ ਸੌਖਾ ਬਣਾ ਕੇ ਲਿਖਿਆ ਗਿਆ ਸੀ, ਦੇਗੋ ਤੇਗੋ ਫਤਿਹ ਨੁਸਰਤ ਵੇਦ ਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਤੇਗ ਫਤਿਹ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਹਾਸਲ ਹੋਈ ਹੈ। ਉਹਨਾਂ ਦੇ ਕਿਰਪਾ ਨਾਲ ਅਸੀਂ ਜੋ ਕੀਤਾ ਗਿਆ। ਕੋਈ ਸ਼ੱਕ ਹੀ ਨਹੀਂ ਰਹਿ ਜਾਂਦਾ ਕਿ ਉਹ ਕਿਸ ਲੈਵਲ ਤੱਕ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਸੇਵਕ ਤੇ। ਹਾਲੇ ਕਹਿੰਦੇ ਨੇ ਕਿ ਉਹ ਗੁਰੂ ਦੀ ਸਿੱਖਿਆ ਤੋਂ ਉਲਟ ਚੱਲਣ ਲੱਗ ਪਿਆ। ਕਈ ਦੂਸ਼ਣ ਬਾਬਾ ਜੀ ਤੇ ਲੱਗਦੇ ਨੇ, ਆਪਾਂ ਇੱਕ ਇੱਕ ਕਰਕੇ ਹੌਲੀ ਹੌਲੀ ਨਾਲ ਸਾਂਝ ਕਰਦੇ ਜਾਵਾਂਗੇ। ਸੋ ਇਹ ਉਹਨਾਂ ਨੇ ਰਾਜ ਪ੍ਰਬੰਧ, ਸਿੱਕਾ ਜਾਰੀ ਕੀਤਾ, ਔਰ ਇਸ ਥਾਂ ਦੇ ਉੱਤੇ ਲਗਭਗ ਹਰੇਕ ਸਿੱਖ ਯੋਧਾ ਸਰਹੰਦ ਦੀ ਲੜਾਈ ਦੇ ਵਿੱਚ ਸ਼ਾਮਲ ਸੀ। ਸੋ ਇਸ ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਬਾਜ ਸਿੰਘ ਨੂੰ ਇੱਥੋਂ ਦਾ ਨਾਇਬ ਜਾਣੀ ਕਿ ਸੂਬੇਦਾਰ ਬਣਾ ਦਿੱਤਾ ਗਿਆ। ਤਾਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਜਿਹੜਾ ਬੰਦਾ ਹੈ ਉਹਦੀ ਨੀਅਤ ਦਾ ਕੋਈ ਪਤਾ ਨਹੀਂ ਕਦੋਂ ਕੀ ਭਾਵਨਾ ਆ ਜੇ। ਕਈ ਸਿੱਖਾਂ ਦੇ ਮਨ 'ਚ ਰੋਸ ਆਇਆ ਕਿ ਸਾਨੂੰ ਕਿਉਂ ਨਹੀਂ ਬਣਾਇਆ ਗਿਆ। ਉਹ ਆਪਾਂ ਅੱਗੇ ਸਾਂਝ ਕਰਾਂਗੇ। ਜਿਹੜਾ ਲਾਵਾ ਫੁੱਟ ਕੇ ਵੀ ਫਿਰ ਸਾਹਮਣੇ ਆਇਆ, ਕਈ ਸਿੱਖ ਨਾਰਾਜ਼ ਵੀ ਹੋਏ ਨੇ। ਬੰਦਾ ਸਿੰਘ ਆਪਦੇ ਆਪ ਨੂੰ ਇੱਕ ਫਕੀਰ ਸਮਝਦਾ ਸੀ। ਉਹਨੇ ਕਿਹਾ ਕਿ ਮੈਂ ਭਾਈ ਕਿਸੇ ਲੜਾਈ 'ਚ, ਕਿਸੇ ਝਗੜੇ 'ਚ ਨਹੀਂ, ਮੈਂ ਤਾਂ ਗੁਰੂ ਨੇ ਜੋ ਕੰਮ ਬਖਸ਼ਿਸ਼ ਕੀਤਾ ਉਹ ਕਰਨ ਆਇਆ, ਉਹ ਕਰਕੇ ਤੁਰ ਜਾਣਾ। ਬਾਕੀ ਉਹ ਸੱਚਾ ਸਾਹਿਬ, ਉਹ ਮਹਾਂਪੁਰਖ ਆਪੇ ਦੇਖਣਗੇ ਕਿ ਉਹਨਾਂ ਨੇ ਮੇਰੇ ਤੋਂ ਕਿੰਨਾ ਕੁ ਕੰਮ ਲੈਣਾ। ਕਿਸੇ ਨੂੰ ਮਾੜਾ ਚੰਗਾ ਕਦੇ ਨਹੀਂ ਬੋਲੇ। ਸੋ ਬਹੁਤ ਵੱਡੀ ਗੱਲ ਹੈ ਇਹ ਭਾਵਨਾਵਾਂ ਜਿਹੜੀਆਂ ਮਨ 'ਚ ਆ ਜਾਣੀਆਂ, ਔਰ ਇਹ ਇਨਸਾਨ ਦੇ ਆਉਣੀਆਂ ਕੋਈ ਅਥਕਥ ਨਹੀਂ ਹੁੰਦੀ। ਇਹ ਨਹੀਂ ਕਿ ਅਥਕਥ ਨਹੀਂ ਹੈ ਇਹ। ਸਿੱਖ ਮਿਸਲਾਂ ਜਦੋਂ ਬਣ ਕੇ ਆਈਆਂ ਨੇ, ਉਦੋਂ ਆਪਾਂ ਦੇਖਦੇ ਹਾਂ ਸਾਰੀਆਂ ਮਿਸਲਾਂ ਵੀ ਆਪਸ 'ਚ ਲੜਦੀਆਂ ਰਹੀਆਂ ਨੇ। ਸੋ ਇਹ ਸ਼ੁਰੂਆਤ ਇੱਥੋਂ ਹੋ ਗਈ, ਕਿਉਂਕਿ ਦਸ਼ਮੇਸ਼ ਪਿਤਾ
ਦੇ ਵੇਲੇ ਵੀ ਸਿੱਖ ਮਾੜੇ ਚੰਗੇ ਹੋਏ ਨੇ। ਮਸੰਦ ਗੁਰੂ ਘਰ ਦੇ ਸੀ, ਔਲਾਦ ਗੁਰੂ ਦੀ, ਬਾਕੀ ਗੁਰੂ ਸਾਹਿਬਾਨਾਂ ਦੀ ਦਸ਼ਮੇਸ਼ ਪਿਤਾ ਤੋਂ ਬਿਨਾਂ ਉਹ ਵੀ ਗੁਰੂ ਪਾਤਸ਼ਾਹਾਂ ਤੇ ਬਾਗੀ ਹੁੰਦੇ ਰਹੇ ਨੇ। ਕਈ ਸਿੱਖ ਗੁਰੂ ਪਾਤਸ਼ਾਹ ਨੂੰ ਛੱਡ ਕੇ ਵੀ ਜਾਂਦੇ ਰਹੇ ਨੇ। ਸੋ ਇਹ ਕੋਈ ਵੱਡੀ ਗੱਲ ਨਹੀਂ ਜੇ ਕਿ ਬੰਦਾ ਸਿੰਘ ਬਹਾਦਰ ਦੇ ਵੇਲੇ ਵੀ ਕੁਝ ਸਿੱਖ ਨਾਰਾਜ਼ ਹੋਏ ਨੇ। ਇਹ ਕੋਈ ਮਾੜੀ ਵੱਡੀ ਗੱਲ ਨਹੀਂ, ਮਾੜੀ ਹੈ, ਵੱਡੀ ਗੱਲ ਨਹੀਂ। ਕਿਉਂਕਿ ਕਈ ਵਾਰੀ ਅਸੀਂ ਸਮਝ ਲੈਣ ਵੀ ਐ ਕਿਵੇਂ ਹੋ ਸਕਦਾ, ਸਿੱਖ ਤਾਂ ਜੀ ਐਦਾਂ ਹੁੰਦੇ ਸੀ। ਇਹ ਸ਼ੁਰੂ ਤੋਂ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਚੱਲਦਾ ਆਇਆ। ਸੋ ਇਸ ਵੇਲੇ ਉਹ ਤਲਖੀ ਆਈ, ਕਈ ਸਿੱਖ ਨਾਰਾਜ਼ ਵੀ ਹੋਏ ਨੇ। ਉਹ ਆਪਾਂ ਅੱਗੇ ਸਾਂਝ ਕਰਾਂਗੇ ਕਿਹੜੇ ਹੋਏ ਨੇ, ਕਿਵੇਂ ਹੋਏ, ਤੇ ਉਹਦਾ ਅਖੀਰ ਨੂੰ ਰਿਜ਼ਲਟ ਕੀ ਨਿਕਲਿਆ। ਸੋ ਬਾਬਾ ਜੀ ਨੇ ਇੱਕ ਮਜ਼ਬੂਤ ਢੰਗ ਦੇ ਨਾਲ ਰਾਜ ਪ੍ਰਬੰਧ ਕਾਇਮ ਕਰਨ ਦੇ ਲਈ ਬਾਬਾ ਬਾਜ ਸਿੰਘ ਨੂੰ ਤਾਕੀਦ ਕੀਤੀ ਤੇ ਆਪ ਲੋਹਗੜ੍ਹ ਨੂੰ ਚੱਲ ਪਏ। ਫਤਿਹ ਸਿੰਘ ਸਮਾਣੇ ਦਾ ਨਾਇਬ ਸੂਬੇਦਾਰ ਬਣ ਗਿਆ ਤੇ ਬਾਜ ਸਿੰਘ ਨੇ ਇੱਥੇ ਪੂਰੀ ਤਰ੍ਹਾਂ ਇਸ ਇਲਾਕੇ ਨੂੰ ਸੰਵਾਰਨ ਦਾ ਔਰ ਪੂਰੀ ਤਰ੍ਹਾਂ ਆਪਦਾ ਦਬਦਬਾ ਕਾਇਮ ਕਰਨ ਦੇ ਲਈ ਪ੍ਰਬੰਧ ਕਰਨਾ ਸ਼ੁਰੂ ਕਰਤਾ ਤੇ ਬੰਦਾ ਸਿੰਘ ਅੱਗੇ ਤੁਰ ਪਏ। ਜਿੱਥੋਂ ਜਿੱਥੋਂ ਸੁਨੇਹਾ ਮਿਲਦਾ ਰਿਹਾ ਬੰਦਾ ਸਿੰਘ ਨੂੰ ਕਿ ਕਿਹੜੀ ਥਾਂ ਦੇ ਕਿਹੜੇ ਹਾਕਮ ਨੇ ਕੀ ਕੀਤਾ, ਉਹਨੂੰ ਕੱਲੇ ਕੱਲੇ ਨੂੰ ਸੋਚਦਾ ਰਿਹਾ। ਮੋਰਿੰਡੇ ਦੇ ਸੀ ਦੋ ਹਾਕਮ, ਜਾਨੀ ਖਾਂ ਤੇ ਮਾਨੀ ਖਾਂ, ਜਿਹੜੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਤੇ ਉਸ ਪਾਸੇ ਰੁਖ ਕੀਤਾ ਕਿਉਂਕਿ ਇਹਦੇ ਦਿਲ ਤੇ ਬਹੁਤ ਜ਼ਿਆਦਾ ਅਸਰ ਹੋਇਆ ਸੀ ਸਾਹਿਬਜ਼ਾਦਿਆਂ ਦਾ, ਕੱਲੇ ਇਹਨਾਂ ਦੇ ਨਹੀਂ, ਹਰ ਸਿੱਖ ਦੇ। ਉਹ ਮੋਰਿੰਡੇ ਤੇ ਹਮਲਾ ਕੀਤਾ ਤੇ ਮੋਰਿੰਡਾ ਤਬਾਹ ਕੀਤਾ ਤੇ ਜਾਨੀ ਖਾਂ ਤੇ ਮਾਨੀ ਖਾਂ ਦੋਨੇ ਕਤਲ ਕੀਤੇ ਗਏ। ਉਸਮਾਨ ਖਾਨ ਸਢੌਰੇ ਵਾਲਾ, ਪੀਰ ਬੁੱਧੂ ਸ਼ਾਹ ਵਾਲਾ, ਉਹ ਖਤਮ ਕੀਤਾ ਸੀ। ਜਿੱਥੇ ਵੀ ਪਤਾ ਲੱਗਿਆ ਕਿ ਸਾਹਿਬਜ਼ਾਦਿਆਂ ਨੂੰ ਰੱਤੀ ਭਰ ਵੀ ਕਿਸੇ ਨੇ ਆਂਚ ਪਹੁੰਚਾਈ ਹੈ, ਇਸ ਦੇ ਕਹਿਰ ਤੋਂ ਉਹ ਏਰੀਆ ਨਹੀਂ ਬਚ ਸਕਿਆ। ਹੋਰ ਭਾਵੇਂ ਕੋਈ ਰਹਿ ਗਿਆ ਉਹ ਨਹੀਂ ਇਹਨੇ ਛੱਡਿਆ। ਸੋ ਲਗਾਤਾਰ ਅੱਗੇ ਵੱਧਦਾ ਗਿਆ, ਦੁਸ਼ਮਣਾਂ ਨੂੰ, ਵਿਰੋਧੀਆਂ ਨੂੰ ਸਜ਼ਾਵਾਂ ਦਿੰਦਾ ਗਿਆ, ਮਜ਼ਬੂਤੀ ਦੇ ਨਾਲ ਉੱਥੇ ਪੰਚਾਇਤਾਂ ਕਾਇਮ ਕਰਦਾ ਗਿਆ। ਪੰਚਾਇਤਾਂ ਪੂਰੀ ਤਰ੍ਹਾਂ ਸਿੱਖ ਪੰਚਾਇਤਾਂ ਤੇ ਗੁਰੂ ਦੇ ਹੁਕਮ ਤੇ ਔਰ ਗੁਰੂ ਦੇ ਸਿਧਾਂਤ ਤੇ ਚੱਲਣ ਵਾਲੀਆਂ, ਕਿ ਕੋਈ ਜ਼ੁਲਮ ਨਹੀਂ ਕਰਨਾ, ਕਿਸੇ ਨਾਲ ਵਿਤਕਰਾ ਨਹੀਂ ਕਰਨਾ, ਇਨਸਾਫ ਦੀ ਗੱਲ ਕਰਨੀ ਹੈ। ਉੱਥੇ ਉਸੇ ਇਲਾਕੇ ਦੀ ਪੰਚਾਇਤ ਔਰ ਆਪਣੇ ਵੱਲੋਂ ਗੁਰਸਿੱਖ ਦੇ ਕੇ ਉਹਨੂੰ ਮਜ਼ਬੂਤੀ ਦੇ ਨਾਲ ਕਾਇਮ ਕਰ ਦਿੰਦੇ ਤੇ। ਸੋ ਇਸ ਢੰਗ ਦੇ ਨਾਲ ਇੱਕ ਇੱਕ ਪੜਾਅ ਨੂੰ ਪਾਰ ਕਰਦਾ ਹੋਇਆ ਇੱਕ ਚੰਗਾ ਰਾਜ ਪ੍ਰਬੰਧ ਕਾਇਮ ਕਰ ਲਿਆ। ਜ਼ਿਮੀਂਦਾਰਾ ਸਿਸਟਮ ਤੁਹਾਨੂੰ ਦੱਸਿਆ ਤਬਾਹ ਕਰਤਾ। ਤਿੰਨ ਬਾਦਸ਼ਾਹਾਂ ਨੂੰ ਵਕਤ ਪਾ ਕੇ ਰੱਖਿਆ ਇਹਨੇ। ਪਹਿਲਾ ਸੀ ਬਹਾਦਰ ਸ਼ਾਹ, 1710 ਦੇ ਵਿੱਚ ਸਰਹੰਦ ਫਤਿਹ ਕਰ ਲਈ। 8 ਦੇ ਵਿੱਚ ਆਇਆ, ਅਕਤੂਬਰ ਦੇ ਵਿੱਚ, ਨਵੰਬਰ ਦੇ ਵਿੱਚ ਲੜਾਈ ਸ਼ੁਰੂ ਕੀਤੀ ਹੈ ਕਿਉਂਕਿ ਆਉਂਦਿਆਂ ਨੂੰ ਵੀ ਸਮਾਂ ਲੱਗਿਆ। ਨਵੰਬਰ ਇਹ ਸਮਝ ਲਓ ਵੀ 1708 ਤਾਂ ਲਗਭਗ ਲੰਘ ਹੀ ਚੁੱਕੇ ਹੈ। ਸਾਲ ਦੇ ਵਿੱਚ ਕੀ ਕੁਛ ਕਰ ਦਿੱਤਾ, ਸਰਹੰਦ ਤੱਕ ਫਤਿਹ ਕਰ ਲਈ। 1 ਸਾਲ 1.5 ਸਾਲ ਦੇ ਵਿੱਚ ਸਿੱਖ ਰਾਜ ਕਾਇਮ ਕਰ ਲਿਆ, ਸਿੱਖਾਂ ਦਾ ਦਬਦਬਾ ਕਾਇਮ ਹੋ ਗਿਆ। ਜ਼ਿਮੀਂਦਾਰਾ ਸਿਸਟਮ ਖਤਮ ਕਰ ਦਿੱਤਾ, ਨਵੇਂ ਕੌਮਾਂ ਸਾਜਣੀਆਂ, ਸਿੱਖ ਸਾਜਣੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਵੀ ਇਤਿਹਾਸਕਾਰ ਨੇ ਲਿਖਿਆ ਕਿ ਕਹਿੰਦੇ ਕਹਾਉਂਦੇ ਜਿਹੜਾ ਇਹਦਾ ਵਜ਼ੀਰ ਖਾਨ ਦਾ ਅਖਬਾਰ ਨਵੀਸ ਸੀ ਮੀਰ ਨਸੀਰ, ਉਹ ਅੰਮ੍ਰਿਤ ਛਕ ਕੇ ਮੀਰ ਨਾਸਰ ਸਿੰਘ ਬਣ ਗਿਆ। ਗੰਗਾ ਨਗਰ ਦਾ ਜਾਂ ਇਸ ਏਰੀਏ ਦਾ ਫੌਜਦਾਰ ਦੀਨਦਾਰ ਖਾਨ ਅੰਮ੍ਰਿਤ ਛਕ ਕੇ ਦੀਨਦਾਰ ਸਿੰਘ ਬਣ ਗਿਆ। ਮਤਲਬ ਉਹਨੇ ਲਿਖਿਆ ਕਿ ਕਹਿੰਦੇ ਕਹਾਉਂਦੇ ਨਾਮਵਰ ਘਰਾਣੇ, ਕਹਿੰਦੇ ਕਹਾਉਂਦੇ ਉੱਚੇ ਰੁਤਬਿਆਂ ਤੇ ਬੈਠੇ ਲੋਕ ਵੀ ਬੰਦੇ ਦੇ ਸਿੱਖ ਬਣਨ ਲੱਗ ਪਏ ਔਰ ਬੰਦੇ ਦੇ ਵਫਾਦਾਰ ਰਹਿਣ ਦੇ ਲਈ ਕਸਮਾਂ ਚੁੱਕਣ ਲੱਗ ਪਏ। ਉਹ ਬਹੁਤ ਭਾਵੇਂ ਇਹਨੂੰ ਗਾਲਾਂ ਕੱਢ ਕੇ ਲਿਖਦੇ ਨੇ, ਪਰ ਇਸ ਤੋਂ ਇਹ ਪਤਾ ਲੱਗਦਾ ਕਿ ਕਿੰਨੀ ਕੁ ਇਸ ਦੀ ਚੜ੍ਹਾਈ ਹੋ ਚੁੱਕੀ ਸੀ ਔਰ ਸਿੱਖਾਂ ਦਾ ਦਬਦਬਾ ਕਾਇਮ ਹੋ ਚੁੱਕਿਆ ਸੀ। ਸੋ ਲਗਾਤਾਰ ਇਹਨਾਂ ਨੇ ਫਿਰ ਪ੍ਰਸ਼ਾਸਨ ਦਾ ਧਿਆਨ ਦਿੱਤਾ, ਕਿਸੇ ਪਾਸੇ ਕੋਈ ਜ਼ੁਲਮ ਨਾ ਕਰੇ, ਕਿਸੇ ਪਾਸੇ ਕੋਈ ਕਿਸੇ ਨੂੰ ਤੰਗ ਨਾ ਕਰੇ। ਭਾਈ ਬੁਲਾਕਾ ਸਿੰਘ ਦਾ ਪਤਾ ਲੱਗਿਆ ਕਿ ਰਾਮ ਰਾਈਆਂ ਨਾਲ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਕਿਹਾ ਕਿ ਆਪਾਂ ਵਰਤਣਾ ਨਹੀਂ। ਹਾਂਜੀ ਵੀਰ ਜੀ, ਮੈਂ ਨਾਲ ਜਿੰਨਾ ਕੁ ਹੁੰਦਾ ਦੱਸੀ ਜਾਂਦਾ ਕਿ ਸੋਹਣ ਸਿੰਘ ਸੀਤਲ ਵਰਗੇ ਮੈਂ ਪਹਿਲਾਂ ਵੀ ਕਿਤਾਬਾਂ ਦਾ ਜ਼ਿਕਰ ਕਰ ਚੁੱਕਿਆ ਜੀ। ਕੇਸਰ ਸਿੰਘ ਛਿੱਬਰ ਹੋਰੀ, ਇਹਨਾਂ ਦਾ ਵਿੱਚ ਇਹ ਜ਼ਿਕਰ ਆਉਂਦੇ ਨੇ, ਮੈਂ ਨਾਲ ਦੱਸੀ ਜਾ ਰਿਹਾ ਜਿੰਨਾ ਕੁ ਸਮਝ ਹੈ ਜੀ। ਸੋ ਦੀਨਦਾਰ ਸਿੰਘ, ਇਹ ਅਖਬਾਰ ਦੇ ਵਿੱਚ ਹੈ ਜੀ ਉਸ ਵੇਲੇ ਦਾ ਜਿਹੜਾ ਦੀਨਦਾਰ ਸਿੰਘ ਹੈ, ਮੈਂ ਨਾਮ ਲਿਖਿਆ ਸੀ ਉਹਨਾਂ ਦਾ, ਮੈਂ ਤੁਹਾਨੂੰ ਦੱਸ ਦਿੰਦਾ। ਹਾਂਜੀ, ਇਹ ਆਪਣਾ ਸਰਹੰਦ ਦੇ ਲਾਗੇ ਦਾ ਫੌਜਦਾਰ ਸੀ ਜੀ ਦੀਨਦਾਰ ਖਾਂ, ਤੇ ਵਜ਼ੀਰ ਖਾਨ ਦਾ ਰਿਕਾਰਡ ਕੀਪਰ ਸੀ ਮੀਰ ਨਸੀਰੁਦੀਨ, ਜਿਹੜੇ ਕਿ ਨਾਸਰ ਸਿੰਘ ਬਣੇ ਨੇ।
ਇਹ ਉਹਨਾਂ ਦੇ ਅਖਬਾਰ ਦੀ ਖਬਰ ਹੈ ਜੀ, ਇਹ ਉਸ ਵੇਲੇ ਦੇ। ਸੋ ਇਹਨਾਂ ਨੇ ਬਹੁਤ ਵੱਡੇ ਲੈਵਲ 'ਤੇ ਨਾਮ ਚੇਂਜ ਹੋਏ ਨੇ, ਭਾਵੇਂ ਕਿ ਜਿਹੜੇ ਹੈੱਡ ਸੀ, ਮੁੱਖ ਸੀ, ਉਹਨਾਂ ਦਾ ਜ਼ਿਕਰ ਆਉਂਦਾ। ਅਤੇ ਭਾਈ ਬਲਾਕਾ ਸਿੰਘ ਨੂੰ ਜਦੋਂ ਉਹਨਾਂ ਨੇ ਰਾਮ ਰਾਈਆਂ ਨੇ ਫੜ ਲਿਆ ਅਤੇ ਬਾਬਾ ਜੀ ਨੂੰ ਖਬਰ ਮਿਲੀ ਕਿ ਸਿੱਖ ਨੂੰ ਅਰਦਾਸ ਕਰਦੇ ਨੂੰ ਕੁਵਚਨ ਵੀ ਉਹਨਾਂ ਨੇ ਬੋਲੇ ਨੇ, ਗੁਰੂ ਸਾਹਿਬਾਨਾਂ ਦੇ ਖਿਲਾਫ ਵੀ ਬੋਲਿਆ, ਅਤੇ ਬਲਾਕਾ ਸਿੰਘ ਨੂੰ ਅਰਦਾਸ ਕਰਦੇ ਨੂੰ ਮਾਰਿਆ ਕੁੱਟਿਆ ਗਿਆ। ਅਤੇ ਜਦੋਂ ਖਬਰ ਪਹੁੰਚੀ ਕਿ ਗੁਰੂ ਪਾਤਸ਼ਾਹ ਦੀ ਸ਼ਾਨ ਦੇ ਖਿਲਾਫ ਬੋਲੇ ਨੇ ਔਰ ਸਿੱਖਾਂ ਨੂੰ ਤੰਗ ਕੀਤਾ, ਉਸੇ ਵੇਲੇ ਉੱਧਰ ਕੂਚ ਕੀਤਾ ਅਤੇ ਰਾਮ ਰਾਈਏ ਸੋਧੇ, ਉੱਥੇ ਭਾਈ ਬਲਾਕਾ ਸਿੰਘ ਨੂੰ ਇੰਚਾਰਜ ਬਣਾਇਆ ਅਤੇ ਉੱਥੇ ਵੀ ਸਿੱਖ ਫੌਜ, ਸਿੱਖ ਚੌਂਕੀ ਕਾਇਮ ਕੀਤੀ। ਸੋ ਇਸ ਢੰਗ ਦੇ ਨਾਲ ਇਹ ਲਗਾਤਾਰ ਦਿਨਾਂ ਦੇ ਵਿੱਚ ਹੀ ਇੱਕ ਸਿੱਖ ਰਾਜ ਸਥਾਪਿਤ ਕਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੇ। ਔਰ ਇੱਕ ਰਾਜ ਵੀ ਕੋਈ ਆਮ ਨਹੀਂ, ਨਿਆਂ ਵਾਲਾ, ਜਦੋਂ ਕਿ ਇਹੋ ਜਿਹੇ ਸਮੇਂ 'ਚ ਨਿਆਂ ਕਿੱਥੇ ਰਹਿੰਦਾ ਉੱਥੇ। ਇਸ ਵੇਲੇ ਤਾਂ ਬਦਲੇ ਦੀ ਭਾਵਨਾ ਮੁੱਖ ਹੁੰਦੀ ਹੈ। ਸਿੱਖਾਂ ਦੇ ਮਨ 'ਚ ਵੀ ਇਹੀ ਭਾਵਨਾ ਹੋਣੀ ਚਾਹੀਦੀ ਸੀ ਕਿ ਸਾਡੇ ਨਾਲ ਜੋ ਹੋਇਆ ਹੁਣ ਲੈ ਲਓ ਬਦਲੇ, ਪਰ ਨਹੀਂ। ਕਿਰਦਾਰ ਕੋ ਬਣਾਈਏ ਮਯਾਰੇ ਜ਼ਿੰਦਗੀ, ਹਾਲਾਤ ਸੇ ਹਯਾਤ ਕਾ ਸੌਦਾ ਨਾ ਕੀਜੀਏ। ਇਸ ਢੰਗ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਇਨਸਾਫ ਔਰ ਰਾਜ ਦਿੱਤਾ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਬਹਿ ਗਈ, ਯਾਰ ਜੇ ਇਹਨਾਂ ਦਾ ਰਾਜ ਹੋਵੇ ਸਦੀਵੀ ਤਾਂ ਕਿੰਨਾ ਸੁਖੀ ਰਾਜ ਹੋਊਗਾ। ਇੱਕ ਝਲਕ ਦਿਖਾਤੀ ਉਹਨੇ ਚੰਗੇ ਰਾਜ ਪ੍ਰਬੰਧ ਦੀ। ਉਹ ਚਾਹੇ ਮੁਸਲਮਾਨ ਚੰਗੇ ਸਿਆਣਪ ਵਾਲੇ ਕਿਉਂਕਿ ਜਦੋਂ ਇਹਨਾਂ ਨੇ ਸਢੌਰੇ ਹਮਲਾ ਕੀਤਾ ਪੀਰ ਬੁੱਧੂ ਸ਼ਾਹ ਵੇਲੇ, ਉਸ ਵੇਲੇ ਪੀਰ ਬੁੱਧੂ ਸ਼ਾਹ ਦੀ ਗੱਦੀ ਦੇ ਉੱਤੇ ਜਿਹੜਾ ਬਿਰਾਜਮਾਨ ਸੀ, ਆਪਣੇ ਸਾਰੇ ਦੇ ਸਾਰੇ ਮੁਸਲਮਾਨ ਸੇਵਕਾਂ ਨੂੰ ਲੈ ਕੇ ਬਾਬਾ ਜੀ ਦੇ ਨਾਲ ਜਥੇ 'ਚ ਸ਼ਾਮਲ ਹੋਏ। ਇੱਕ ਮੁਸਲਮਾਨਾਂ ਦਾ ਵੱਖਰਾ ਪ੍ਰੋਪਰ ਜਥਾ, ਫੌਜ ਕਹਿ ਲਓ, ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਭਰਤੀ ਹੋ ਚੁੱਕੀ ਸੀ, ਜਿਨ੍ਹਾਂ ਨੂੰ ਨਮਾਜ਼ ਪੜ੍ਹਨ ਦੀ ਔਰ ਆਪਦਾ ਖਾਣਾ ਖਾਣ ਦੀ ਵੱਖਰੀ ਆਗਿਆ ਸੀ ਕਿ ਤੁਸੀਂ ਆਪਦੇ ਧਰਮ ਕਰਮ ਆਪਦੇ ਅਨੁਸਾਰ ਜਦੋਂ ਮਰਜ਼ੀ 5 ਟਾਈਮ ਤੁਸੀਂ ਨਮਾਜ਼ ਪੜ੍ਹਨੀ ਹੈ ਤਾਂ ਪੜ੍ਹ ਸਕਦੇ ਹੋ, ਤੁਹਾਨੂੰ ਕੋਈ ਬੰਦਸ਼ ਨਹੀਂ, ਕੋਈ ਨਹੀਂ ਰੋਕ ਸਕਦਾ। ਇਹਨੂੰ ਕਹਿੰਦੇ ਸੀ ਧਾਰਮਿਕ ਆਜ਼ਾਦੀ। ਉਹ ਰਾਜ ਦਿਖਾਇਆ ਵੀ ਹਾਂ ਇਹ ਹੋਣੇ ਚਾਹੀਦੇ ਯਾਰ, ਕੋਈ ਕੁਛ ਕਰੀ ਜਾਵੇ, ਜ਼ਬਰਦਸਤੀ ਥੋੜ੍ਹਾ ਕੋਈ। ਇਹੋ ਜਿਹੇ ਵੇਲੇ ਵੀ ਮੁਸਲਮਾਨਾਂ ਦਾ ਫੌਜ ਵਿੱਚ ਭਰਤੀ ਹੋਣਾ, ਇਹਦਾ ਮਤਲਬ ਬਾਬਾ ਬੰਦਾ ਸਿੰਘ ਬਹਾਦਰ ਕਿੱਡੇ ਕੁ ਦਿਆਲੂ, ਵੱਡੇ ਦਿਲ ਵਾਲੇ ਔਰ ਇਨਸਾਫ ਪਸੰਦ ਹੋਣਗੇ, ਜਿਹੜਿਆਂ ਨੇ ਮੁਸਲਮਾਨਾਂ ਨੇ ਵੀ ਉਹਨਾਂ 'ਤੇ ਭਰੋਸਾ ਕੀਤਾ। ਇਹੋ ਜਿਹੇ ਸਮੇਂ ਜਿੱਥੇ ਇੱਕ ਪਾਸੇ ਤਸਵੀ ਇਤਿਹਾਸਕਾਰ ਨੂੰ ਮਾੜਾ ਲਿਖ ਰਹੇ ਨੇ, ਪਰ ਉਹਨਾਂ ਦੀ ਫੌਜ ਵਿੱਚ ਬੰਦੇ ਭਰਤੀ ਹੋ ਰਹੇ ਨੇ। ਸੋ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹ ਜ਼ੁਲਮ ਕਰਨ ਵਾਲਾ ਨਹੀਂ, ਸਿਰਫ ਜ਼ਾਲਮਾਂ ਨੂੰ ਕੀਤੀ ਦਾ ਫਲ ਦੇਣ ਵਾਲਾ ਸੀ। ਸੋ ਲੋਹਗੜ੍ਹ ਰਾਜਧਾਨੀ ਬਣ ਗਈ, ਖਾਲਸੇ ਦਾ ਦਬਦਬਾ ਔਰ ਖਾਲਸੇ ਦਾ ਰਾਜ ਕਾਇਮ ਹੋ ਗਿਆ, ਫੌਜਦਾਰ ਕਾਇਮ ਹੋ ਗਏ ਚਾਰੇ ਪਾਸੇ। ਇਹ ਕਹਿ ਲਓ ਕਿ ਇੱਕ ਚੰਗਾ ਰਾਜ ਪ੍ਰਬੰਧ ਦੇਣ ਲਈ ਸਿੱਕੇ ਘੜਨੇ ਸ਼ੁਰੂ ਕਰ ਦਿੱਤੇ। ਜਿਹੜਾ ਬੰਦਾ ਬਾਬਾ ਜੀ ਨੂੰ ਕੋਈ ਗਰੀਬ ਮਿਲਣ ਆਉਂਦਾ, ਦਰਸ਼ਨ ਕਰਨ ਆਉਂਦਾ, ਕਹਿੰਦੇ ਇੱਕ ਮੋਹਰ ਉਹਦੇ ਹੱਥ 'ਤੇ ਰੱਖ ਦਿੰਦੇ ਤੇ। ਉਹਨਾਂ ਟਾਈਮਾਂ 'ਚ ਮੋਹਰ ਦੀ ਜਾਂ ਰੁਪਈਏ ਦੀ ਕੀਮਤ ਬਹੁਤ ਵੱਡੀ ਸੀ। ਐਂ ਸਮਝ ਲਓ ਗਰੀਬੀ ਟੁੱਟ ਜਾਂਦੀ ਸੀ ਇੱਕ ਮੋਹਰ ਨਾਲ, ਤਾਂ ਬਹੁਤ ਕੀਮਤ ਸੀ ਉਸ ਚੀਜ਼ ਦੀ। ਅਤੇ ਲੋਕ ਇਹੀ ਕਹਿਣ ਲੱਗੇ ਤੇ ਕਿ ਬਾਬਾ ਜੀ ਜਾਦੂਗਰ ਹੈ, ਜਿਵੇਂ ਮਹਾਰਾਜਾ ਰਣਜੀਤ ਸਿੰਘ ਬਾਰੇ ਨਹੀਂ ਕਹਿੰਦੇ। ਇੱਕ ਉਹ ਬੁੱਢੀ ਦੀ ਆਪਾਂ ਕਹਾਣੀ ਸੁਣਦੇ ਹਾਂ, ਆਪਣੇ ਸਕੂਲਾਂ 'ਚ ਵੀ ਲਾਈ ਹੋਈ ਸੀ, ਹੁਣ ਤਾਂ ਹਟਾਤੀਆਂ ਨਾ ਉਹ, ਕਿਉਂਕਿ ਸਿੱਖਾਂ ਦਾ ਕੋਈ ਚੰਗੀ ਗੱਲ ਕਿਤਾਬਾਂ 'ਚ ਰਹਿਣ ਨਹੀਂ ਦੇਣੀ। ਕਿਉਂਕਿ ਜੇ ਬੱਚਿਆਂ ਦੇ ਮਨ 'ਚ ਕਿਤੇ ਇਹ ਗੱਲ ਪਹੁੰਚ ਗਈ ਕਿ ਰਣਜੀਤ ਸਿੰਘ ਦਾ ਰਾਜ ਇਹੋ ਜਿਹਾ ਹੁੰਦਾ ਸੀ, ਤਾਂ ਉਹ ਤਾਂ ਸੋਚਣਗੇ ਵੀ ਸਿੱਖਾਂ ਦਾ ਰਾਜ ਵਧੀਆ ਹੁੰਦਾ। ਅਤੇ ਅੱਜ ਤਾਂ ਸਾਨੂੰ ਇਹ ਸਿਖਾਇਆ, ਬੋਲਿਆ, ਸਾਨੂੰ ਜਲੀਲ ਕੀਤਾ ਜਾਂਦਾ ਕਿ ਸਿੱਖਾਂ ਨੂੰ ਰਾਜ ਥੋੜ੍ਹੀ ਕਰਨਾ ਆਉਂਦਾ। ਸਿੱਖਾਂ 'ਚ ਕੌਣ ਰਾਜ ਹੈ? ਇਹਨੂੰ ਤਾਂ ਅਕਲ ਹੀ ਨਹੀਂ ਰਾਜ ਕਰਨ ਦੀ। ਜਦੋਂ ਕਿ ਸਾਡੇ 3 ਬਾਦਸ਼ਾਹ ਹੋਏ ਨੇ, ਉਹਨਾਂ ਵਰਗਾ ਬਾਦਸ਼ਾਹ ਅੱਜ ਤੱਕ ਨਹੀਂ ਦੁਨੀਆ 'ਚ ਪੈਦਾ ਹੋ ਸਕਿਆ। ਔਰ ਅਸੀਂ ਨਹੀਂ ਕਹਿ ਰਹੇ, ਕਿਉਂਕਿ ਅਸੀਂ ਤਾਂ ਕਹਾਂਗੇ ਇਹ ਗੱਲ, ਹਰੇਕ ਹੀ ਕਹਿੰਦਾ ਆਪਦੇ ਨੂੰ ਚੰਗਾ। ਸਾਰੇ ਵਰਲਡ ਦੇ ਵਿੱਚ ਹੁਣ ਤਾਂ ਰਿਟਨ ਤੌਰ 'ਚ ਮੰਨ ਚੁੱਕੇ ਨਾ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਡਿਕਟੇਟਰ ਬਾਦਸ਼ਾਹ ਪਿਛਲੇ 500 ਸਾਲਾਂ 'ਚ ਕੋਈ ਨਹੀਂ ਹੋਇਆ। ਸਭ ਤੋਂ ਸਹੀ ਅਤੇ ਵਧੀਆ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਸੀ। ਇਹ ਵਰਲਡ ਦੇ ਵਿੱਚ ਦੁਨੀਆ 'ਚ ਮੰਨਿਆ ਜਾ ਚੁੱਕਿਆ। ਪਰ ਸਾਨੂੰ ਅੱਜ ਕੀ ਕਿਹਾ ਜਾਂਦਾ? ਸਿੱਖਾਂ ਨੂੰ ਨਹੀਂ ਜੀ ਰਾਜ ਕਰਨਾ ਆਉਂਦਾ। ਇਹ ਸਾਨੂੰ ਸਾਡੇ ਮਨ 'ਚ ਇਹ ਭਰਤਾ, ਅਤੇ ਬਹੁਤੇ ਸਿੱਖ ਵੀ ਇਹੀ ਕਹਿਣ ਲੱਗੇ, ਹਾਂਜੀ ਸਿੱਖਾਂ ਨੂੰ ਰਾਜ ਨਹੀਂ ਜੀ ਕਰਨਾ ਆਉਂਦਾ। ਪਰ ਸਾਡੇ ਰਾਜੇ ਦੇਖ ਲਓ ਕਿਹੋ ਜਿਹੇ ਹੋਏ ਨੇ, ਅਤੇ ਉਲਟਾ ਸਾਨੂੰ ਕਿਹਾ ਜਾ ਰਿਹਾ ਰਾਜ ਨਹੀਂ ਕਰਨਾ ਆਉਂਦਾ। ਅਸਲ ਵਿੱਚ ਵਾਕਈ ਗੁਲਾਮਾਂ ਨੂੰ ਕਾਹਨੂੰ ਰਾਜ ਕਰਨਾ ਆਇਆ ਕਰਦਾ? ਗੁਲਾਮ ਕਦੇ ਰਾਜ ਕਰਿਆ ਕਰਦੇ ਨੇ। ਅਤੇ ਬਹੁਤ ਹਰੀ ਸਿੰਘ ਨਲਵੇ ਅੱਜ ਵੀ ਹੈਗੇ ਨੇ, ਪਰ ਉਹਨਾਂ ਦੀਆਂ ਜਿਹੜੀਆਂ ਇਹ ਕਹਿ ਲਓ ਬਹਾਦਰੀਆਂ ਨੇ, ਉਹ ਰੋਲ ਕੇ ਰੱਖ ਦਿੱਤੀਆਂ ਜਾਂਦੀਆਂ ਨੇ। ਉਹਨਾਂ ਨੂੰ ਜਲੀਲ ਕੀਤਾ ਜਾਂਦਾ। ਜਰਨਲ ਸੁਭੇਗ ਸਿੰਘ ਵਰਗਿਆਂ ਦੀ ਆਪਾਂ ਗੱਲ ਕੀਤੀ ਸੀ ਨਾ, ਕਿ ਹਰੀ ਸਿੰਘ ਨਲਵੇ ਤੋਂ ਘੱਟ ਸੀ ਜਿਹਨੇ 2 ਟੁਕੜੇ ਕਰਤੇ, ਅਤੇ ਜਿਨ੍ਹਾਂ ਨੂੰ ਇਹ ਦੁਸ਼ਮਣ ਸਮਝਦੇ ਨੇ ਆਪਣੇ ਦੇਸ਼ ਦਾ, ਉਹੋ ਜਿਹੇ ਦੇਸ਼ ਦੇ ਦੋ ਟੋਟੇ ਕਰਦੇ ਨੇ। ਐਡੀ ਵੱਡੀ ਫਤਿਹ ਹਾਸਲ ਕਰਨੀ, 93,000 ਫੌਜੀਆਂ ਨੂੰ ਹਥਿਆਰ ਡੇਗਣ ਲਈ ਮਜਬੂਰ ਕਰ ਦੇਣਾ, ਅਤੇ ਉਸ ਬੰਦੇ ਦੇ ਉੱਤੇ ਉਹਨੂੰ ਜਲੀਲ ਕਰਨ ਦੇ ਲਈ
ਇੱਕ ਜੌਂਗਾ ਜੀਪ ਦੀ ਚੋਰੀ ਦਾ ਇਲਜ਼ਾਮ ਲਾ ਕੇ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ, ਅਗਲੇ ਦਿਨ ਰਿਟਾਇਰ ਹੋਣਾ ਸੀ ਉਹਨੇ ਫੌਜ ਚੋਂ, ਇੱਕ ਦਿਨ ਪਹਿਲਾਂ ਵੀ ਰਿਟਾਇਰ ਤੈਨੂੰ ਇੱਜ਼ਤ ਨਾਲ ਥੋੜ੍ਹੀ ਤੋਰਨਾ, ਇੱਕ ਦਿਨ ਪਹਿਲਾਂ ਉਹਨੂੰ ਕੋਰਟ ਮਾਰਸ਼ਲ ਕਰਨ ਦੇ ਲਈ ਉਸ ਸਰਕਲ 'ਚ ਪਾਇਆ ਗਿਆ। ਸੋ ਜਦੋਂ ਕੌਮਾਂ ਗੁਲਾਮ ਹੁੰਦੀਆਂ ਨੇ ਤਾਂ ਉਹਨਾਂ ਦੇ ਨਾਲ ਇਹੀ ਹਸ਼ਰ ਹੋਇਆ ਕਰਦਾ ਉਹਨਾਂ ਦਾ। ਉਦੋਂ ਰਣਜੀਤ ਸਿੰਘ ਨਹੀਂ ਹੁੰਦਾ ਕਿ ਬਹਾਦਰੀ ਦੇ ਉਹਨਾਂ ਨੂੰ ਮੈਡਲ ਦੇ ਸਕੇ। ਸ਼ਾਹ ਮੁਹੰਮਦ ਨੇ ਐਵੇਂ ਥੋੜ੍ਹੀ ਲਿਖਿਆ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸਰਕਾਰ ਉਹ, ਕਿਉਂਕਿ ਸਾਡੀ ਖਾਲਸਾ ਰਾਜ ਦਾ ਨਾਮ ਸਰਕਾਰੇ ਖਾਲਸਾ ਸੀ। ਸਰਕਾਰੇ ਖਾਲਸਾ ਉਹ ਇਸੇ ਲਈ ਸ਼ੇਰੇ ਪੰਜਾਬ ਨੂੰ ਸਰਕਾਰ ਦੇ ਨਾਮ ਨਾਲ ਯਾਦ ਕਰਦਾ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ। ਤਾਂ ਸਾਡੇ ਅੰਦਰ ਇਹ ਗੱਲ ਭਰੀ ਜਾ ਰਹੀ ਹੈ ਤੇ ਬਹੁਤੇ ਆਮ ਜਿਹੜੇ ਨੂੰ ਨੌਲੇਜ ਨਹੀਂ ਹੈਗੀ ਉਹ ਵੀ ਕਹਿੰਦੇ ਨੇ ਹਾਂ ਜੀ ਸਿੱਖ ਤਾਂ ਲੜਨੇ ਜਾਣਦੇ ਨੇ, ਸਿੱਖ ਲੜੇ ਸਕਦੇ ਨੇ ਜੀ, ਰਾਜ ਨਹੀਂ ਕਰ ਸਕਦੇ। ਸਿੱਖ ਅੰਗਰੇਜ਼ ਵੀ ਇਹੀ ਗੱਲ ਕਹਿੰਦੇ ਸੀ ਜੀ, ਹਿੰਦੁਸਤਾਨੀ ਰਾਜ ਨਹੀਂ ਕਰ ਸਕਦੇ, ਅਸੀਂ ਇਹਨਾਂ ਨੂੰ ਰਾਜ ਤਾਂ ਕਿਵੇਂ ਦਈਏ। ਜਦੋਂ ਮਿਲ ਗਿਆ ਅਗਲੇ ਕਰਨ ਵੀ ਲੱਗੇ। ਉਹ ਮਾੜਾ ਚੰਗਾ ਉਹ ਇੱਕ ਸੈਪਰੇਟ ਇਸ਼ੂ ਹੈ, ਇੱਕ ਸੈਪਰੇਟ ਇਸ਼ੂ ਹੈ। ਸੋ ਲਗਾਤਾਰ ਬਾਬਾ ਬੰਦਾ ਸਿੰਘ ਬਹਾਦਰ ਜੀ, ਜੋ ਉਹਨਾਂ ਨੇ ਕੁਛ ਕੁ ਸਾਲ ਐਂ ਸਮਝ ਲਓ ਵੀ ਟਿਕਾਊ ਸਾਲ, ਉਹਨਾਂ ਨੇ ਤਕਰੀਬਨ 2-3 ਸਾਲ ਹੀ ਟਿਕਾਊ ਰਾਜ ਕੀਤਾ ਅਤੇ ਉਹਦੇ ਵਿੱਚ ਲੋਕਾਂ ਨੂੰ ਇੱਕ ਇਹੋ ਜਿਹੀ ਆਸ ਦੀ ਕਿਰਨ ਦਿਖਾ ਗਏ, ਲੋਕਾਂ ਨੂੰ ਇੱਕ ਇਹੋ ਜਿਹੀ ਐਂ ਕਹਿ ਲਓ ਵੀ ਇੱਕ ਉਮੀਦ ਦਿਖਾ ਗਏ ਵੀ ਯਾਰ ਰਾਜੇ ਮਹਾਰਾਜੇ ਇਹੋ ਜਿਹੇ ਵੀ ਹੋਇਆ ਕਰਦੇ ਨੇ। ਰਾਜ ਇੱਦਾਂ ਦਾ ਵੀ ਹੁੰਦਾ ਜਿੱਥੇ ਕਿਸੇ ਨਾਲ ਵਿਤਕਰਾ ਨਹੀਂ, ਜਿੱਥੇ ਇਨਸਾਫ ਹੁੰਦਾ, ਜਿੱਥੇ ਗਰੀਬਾਂ ਨੂੰ ਉਹਨਾਂ ਦਾ ਮਾਲਕ ਬਣਾਤਾ ਯਾਰ ਜ਼ਮੀਨਾਂ ਦਾ। ਉਸ ਵੇਲੇ ਵੱਡੀ ਪੱਧਰ 'ਤੇ ਜੱਟ ਵਸੋਂ ਹੈ ਜਿਹੜੀ, ਕਿਉਂਕਿ ਇਹ ਨੌਕਰ ਤੇ ਗੁਲਾਮ ਤੇ ਸ਼ੂਦਰਾਂ ਦੇ ਵਿੱਚ ਹੀ ਜੱਟਾਂ ਨੂੰ ਗਿਣਿਆ ਜਾਂਦਾ। ਇਹ ਮੈਂ ਤਾਂ ਮੈਨਸ਼ਨ ਕਰਨਾ ਮੈਂ, ਕਿਉਂਕਿ ਕਿਸੇ ਵੀ ਮੈਂ ਬੰਦਾ ਸਿੰਘ ਬਹਾਦਰ ਦੀ ਵੀ ਜਾਤ ਦੀ ਗੱਲ ਨਹੀਂ ਕੀਤੀ ਕਿ ਉਹ ਕਿਹੜੀ ਜਾਤ ਦਾ ਸੀ। ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਗੁਰੂ ਦਾ ਕੋਈ ਸਿੱਖ ਬਣ ਗਿਆ ਉਹਦੀ ਕੋਈ ਜਾਤ ਹੀ ਨਹੀਂ ਰਹਿੰਦੀ। ਇਸ ਲਈ ਆਪਾਂ ਕਿਉਂ ਇਹ ਗੱਲ ਦਾ ਜ਼ਿਕਰ ਕਰੀਏ, ਕਿਹੜੇ ਘਰਾਣੇ 'ਚ ਪੈਦਾ ਹੋਇਆ, ਕਿਹੜੀ ਜਾਤ 'ਚ ਪੈਦਾ ਹੋਇਆ। ਇਹ ਠੀਕ ਹੈ ਇਤਿਹਾਸਕਾਰਾਂ ਲਈ ਕਿਤਾਬਾਂ ਲਿਖਣ ਵੇਲੇ ਜ਼ਰੂਰੀ ਹੁੰਦਾ ਹੋਊਗਾ, ਪਰ ਮੈਂ ਸਮਝਦਾ ਕਿ ਇਸ ਚੀਜ਼ ਨੂੰ ਆਪਾਂ ਕੋਸ਼ਿਸ਼ ਕਰਿਆ ਕਰੀਏ ਕਿ ਜਦੋਂ ਗੁਰੂ ਦੇ ਨੇ ਪਿੱਛੇ ਸਿੰਘ ਲਾਤਾ, ਗੁਰੂ ਘਰ ਜਨਮ ਤੁਮਾਰੇ ਹੋਏ, ਪਿਛਲੇ ਜਾਤ ਵਰਨ ਸਭ ਖੋਏ। ਜਦੋਂ ਸਿੱਖ ਬਣ ਗਏ ਫਿਰ ਕਾਹਦੀਆਂ ਜਾਤਾਂ ਕਾਹਦੀਆਂ ਪਾਤਾਂ। ਪਰ ਇੱਥੇ ਕਿਉਂਕਿ ਸਮੁੱਚੀ ਕੌਮ ਦੀ ਗੱਲ ਹੋ ਰਹੀ ਹੈ ਇੱਕ ਵੱਡੇ ਲੈਵਲ 'ਤੇ, ਮੈਂ ਤਾਂ ਜ਼ਿਕਰ ਕੀਤਾ ਕਿਉਂਕਿ ਕਬੀਰ ਦਾ ਵਿੱਚ ਕਮੈਂਟ ਆਇਆ ਸੀ, ਉਹ ਕਹਿੰਦਾ ਸੀ ਜੀ ਜਾਤ ਦੱਸਿਆ ਕਰੋ ਕਿਹੜੀ 'ਚ ਪੈਦਾ ਹੋਏ, ਕਿਵੇਂ ਹੋਏ। ਮੈਨੂੰ ਲੱਗਦਾ ਜਦੋਂ ਉਹ ਗੁਰੂ ਦੇ ਘਰੇ ਪੈਦਾ ਹੋ ਗਏ ਤਾਂ ਉਹਨਾਂ ਦੀ ਜਾਤ ਸਿੰਘ ਹੈ, ਉਹਨਾਂ ਦਾ ਗੋਤ ਖਾਲਸਾ ਹੈ, ਉਹ ਬਸ ਇਹੀ ਨੇ, ਆਪਣੀ ਕੌਮ ਸਿੱਖ ਹੈ, ਇੰਨਾ ਹੀ ਕਾਫੀ ਹੈ। ਪਰ ਇੱਥੇ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਜੱਟ, ਕਿਉਂਕਿ ਇਹ ਵੀ ਸ਼ੂਦਰਾਂ ਦੀ ਗਿਣਤੀ 'ਚ ਆਉਂਦੇ ਨੇ, ਮੈਂ ਤੁਹਾਨੂੰ ਇੱਥੇ ਤਾਂ ਥੋੜ੍ਹਾ ਜਿਹਾ ਇਸ ਚੀਜ਼ ਨੂੰ ਮੈਨਸ਼ਨ ਕਰ ਰਿਹਾ। ਜਦੋਂ ਆਪਾਂ ਭਾਰਤ ਦੇ ਸੰਵਿਧਾਨ ਨੂੰ ਚੰਗੀ ਤਰ੍ਹਾਂ ਘੋਖ ਕੇ ਪੜ੍ਹਦੇ ਹਾਂ ਤਾਂ ਉਹਦੇ 'ਚ ਜਿਹੜੀ ਸਾਡੀ ਇਸ ਜ਼ਿਮੀਂਦਾਰੀ ਸਿਸਟਮ ਹੈ, ਜਿਨ੍ਹਾਂ ਨੂੰ ਕਿ ਜੱਟ ਕੌਮ ਦੇ ਨਾਲ ਗਿਣਿਆ ਜਾਂਦਾ ਜਾਂ ਜਾਣਿਆ ਜਾਂਦਾ, ਇਹ ਸ਼ੂਦਰਾਂ ਦੇ ਵਿੱਚ ਆਉਂਦੀ ਹੈ। ਜਦੋਂ VP ਸਿੰਘ ਪ੍ਰਧਾਨ ਮੰਤਰੀ ਬਣਿਆ ਸੀ, ਜਿਹੜੇ ਵੀਰਾਂ ਨੂੰ ਪਤਾ ਹੋਊਗਾ ਇਸ ਗੱਲ ਦਾ, VP ਸਿੰਘ ਕੁਛ ਕੁ ਸਮੇਂ ਲਈ ਪ੍ਰਧਾਨ ਮੰਤਰੀ ਬਣਿਆ ਸੀ। ਉਹਨੇ ਜੱਟਾਂ ਨੂੰ ਰਾਖਵੇਂ ਕਰਨ 'ਚ ਲੈ ਕੇ ਆਉਂਦਾ, ਰਾਖਵਾਂ ਕਰਨ ਦਿੱਤਾ ਸੀ ਉਹਨੇ, ਕਿਉਂਕਿ ਇਹ ਵੀ ਕਹਿੰਦਾ ਸ਼ੂਦਰ ਨੇ ਵੀ ਇਹ ਬਾਹਰ ਕਾਹਤੋਂ ਰੱਖੇ ਹੋਏ ਨੇ। ਤਾਂ ਤੁਹਾਨੂੰ ਪਤਾ ਫਿਰ ਜਿਹੜੇ ਸਿਆਣੇ ਨੇ, ਦਿਮਾਗ ਵਾਲੇ ਨੇ, ਉਹਨਾਂ ਨੇ ਕਿਹਾ ਵੀ ਜੇ ਇਹ ਵੀ ਉਹਨਾਂ ਨਾਲ ਰਲ ਗਏ ਤਾਂ ਸਿਆਪਾ ਛਿੜ ਜੂ। ਉਹਨਾਂ ਨੇ ਉਂਗਲ ਲਾਤੀ, ਉਹ ਤੁਹਾਨੂੰ ਦੇਖ ਲਓ ਕਿਹਨਾਂ 'ਚ ਰਲਾਤਾ। ਸਾਡੇ ਵਾਲਿਆਂ ਨੂੰ ਉਂਗਲ ਲਾਤੀ ਉਹਨਾਂ ਨੇ, ਤੁਹਾਨੂੰ ਰਲਾ ਦੇਖੋ ਕਿਹਨਾਂ 'ਚ ਦਿੱਤਾ। ਅਤੇ ਆਪਣੇ ਵਾਲੇ ਡਾਂਗਾ ਚੱਕੀ ਫਿਰਨ ਸੜਕਾਂ 'ਤੇ, ਧਰਨੇ, ਅਗਜਨੀਆਂ, ਸਾੜ ਫੂਕ ਸ਼ੁਰੂ ਕਰਤੀ ਕਿ ਸਾਨੂੰ ਇਹਨਾਂ 'ਚੋਂ ਕੱਢੋ ਜੀ। ਹੁਣ ਰੋ ਰਹੇ ਨੇ 20-25 ਸਾਲਾਂ, ਮੈਨੂੰ ਲੱਗਦਾ ਵੱਧੇ ਹੋ ਗਏ ਹੋਣਾ, 25 ਸਾਲਾਂ ਤੋਂ ਜਾਂ 30 ਸਾਲ ਦੀ ਗੱਲ ਹੈ। ਹੁਣ ਉਹ ਰੋਂਦੇ ਪਿੱਟਦੇ ਨੇ ਕਿ ਸਾਨੂੰ ਰਾਖਵਾਂ ਕਰਨ ਦਿਓ। ਜਦੋਂ ਜਿਹਨੇ ਦਿੱਤਾ ਉਦੋਂ ਧਰਨੇ ਲਾ ਕੇ ਬਹਿ ਗਏ ਕਿ ਕਿਉਂ ਦਿੱਤਾ। ਮਤਲਬ ਆਹ ਕੰਮ ਨੇ। ਸਾਨੂੰ ਬਾਅਦ 'ਚ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਕਿ ਆਪਾਂ ਕੀ ਲੈਣਾ ਸੀ, ਕੀ ਦੇਣਾ ਸੀ। ਸਾਨੂੰ ਗੁੰਮਰਾਹ ਬਹੁਤ ਛੇਤੀ ਕੀਤਾ ਜਾਂਦਾ ਔਰ ਹੋ ਜਾਂਦੇ ਹਾਂ। ਕਰਦੇ ਹੀ ਹੁੰਦਾ ਹਾਕਮ ਕਰਦਾ ਹੀ ਹੁੰਦਾ। ਇਹ ਤਾਂ ਸੁਚੇਤ ਰਹਿਣਾ ਹੁੰਦਾ ਲੀਡਰਾਂ ਨੇ। ਪਰ ਜਦੋਂ ਲੀਡਰ ਨਾ ਹੋਵੇ ਚੱਜ ਦਾ, ਉਦੋਂ ਤੁਹਾਨੂੰ ਦੱਸਿਆ ਹਰੀ ਸਿੰਘ ਨਲਵੇ ਵੀ ਰੁਲਦੇ ਫਿਰਦੇ ਨੇ। ਉਦੋਂ ਵੱਡੇ ਵੱਡੇ ਯੋਧੇ ਅਤੇ ਵੱਡੇ ਵੱਡੇ ਸਿਆਣੇ, ਸਰਦਾਰ ਕਪੂਰ ਸਿੰਘ ਵਰਗੇ IAS ਆਫਿਸਰ ਧੱਕੇ ਖਾਂਦੇ ਫਿਰਦੇ ਨੇ। ਪੜ੍ਹ ਕੇ ਦੇਖਿਓ ਸਾਚੀ ਸਾਖੀ ਕਿ ਸਿੱਖਾਂ ਦੇ ਨਾਲ ਧੱਕੇ ਦੀ ਜਿਹੜੀ ਦਾਸਤਾਨ ਹੈ ਉਹ ਕਿੱਥੋਂ ਸ਼ੁਰੂ ਹੋਈ ਹੈ ਅਤੇ ਕਿਵੇਂ ਸ਼ੁਰੂ ਹੋਈ ਹੈ। ਕਿਤਾਬ ਭਾਵੇਂ ਉਹਦੀ ਸ਼ਬਦਾਵਲੀ ਔਖੀ ਹੈ, ਇੱਕ ਵਾਰੀ ਸਮਝ ਨਹੀਂ ਆਉਂਦੀ ਤਾਂ ਕੋਸ਼ਿਸ਼ ਕਰਿਓ। ਸਿੱਖਾਂ ਦੇ ਨਾਲ ਜਿਹੜਾ ਧੱਕਾ ਹੈ ਉਹ ਸ਼ੁਰੂ ਕਿੱਥੋਂ ਹੋਇਆ, ਕਿਵੇਂ ਹੋਇਆ, ਕਿਉਂ ਹੋਇਆ। ਜਦੋਂ ਉਸੇ ਦੇ ਲਫ਼ਜ਼ ਨੇ ਜਿਹੜੇ ਕਿ ਬਹੁਤ ਫੇਮਸ ਹੋਏ ਨੇ ਸਾਚੀ ਸਾਖੀ ਦੇ ਵਿੱਚ, ਮੁਲਕ ਹਿੰਦੂ ਕਾ ਰਾਜ ਤਿਕੜੇ ਕਾ,
ਗੁਰੂ ਰਾਖਾ ਭਾਈ ਸਿਖੜੇ ਕਾ। ਉਹਨੇ ਆਪਦੇ ਆਪ ਨੂੰ ਕਿਹਾ ਹੈ ਮੁਲਕ ਹਿੰਦੂ ਕਾ, ਕਹਿੰਦਾ ਹਿੰਦੁਸਤਾਨ ਹੈ ਜਿਹੜਾ ਹੁਣ ਹਿੰਦੂ ਦਾ ਮੁਲਕ ਬਣ ਗਿਆ, ਰਾਜ ਤਿਕੜੇ ਕਾ। ਤਿੰਨ ਕੌਣ ਕੌਣ? ਨਹਿਰੂ, ਪਟੇਲ ਤੇ ਪੰਜਾਬ ਦਾ ਗਵਰਨਰ ਸੀ ਚੰਦੂ ਲਾਲ ਤ੍ਰਿਵੇਦੀ। ਇਹ ਕਹਿੰਦਾ ਤਿੰਨਾਂ ਦਾ, ਜਾਣੀ ਕਿ ਤਿੰਨ ਤਾਂ ਮਾਲਕ ਨੇ। ਮੁਲਕ ਹਿੰਦੂ ਕਾ, ਰਾਜ ਤਿਕੜੇ ਕਾ, ਹੁਣ ਗੁਰੂ ਰਾਖਾ ਭਾਈ ਸਿਖੜੇ ਕਾ। ਕੱਲੇ ਬੰਦੇ ਨੂੰ ਦੱਬਣ ਦੇ ਲਈ, ਸਰਦਾਰ ਕਪੂਰ ਸਿੰਘ ਨੂੰ ਕੱਲੇ ਨੂੰ ਦੱਬਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਰੇ ਕਾਨੂੰਨ ਛਿੱਕੇ ਟੰਗ ਕੇ, ਮੈਂ ਥੋੜ੍ਹੀ ਜਿਹੀ ਸੰਖੇਪ 'ਚ ਕਿਉਂਕਿ ਗੱਲ ਚੱਲ ਪਈ ਮੈਂ ਤਾਂ ਦੱਸ ਰਿਹਾ, ਜਿਹੜੇ ਕਹਿੰਦੇ ਨੇ ਰਾਜ ਨਹੀਂ ਕਰਨਾ ਆਉਂਦਾ, ਉਹਨੂੰ ਕੱਲੇ ਨੂੰ ਖਤਮ ਕਰਨ ਦੇ ਲਈ ਪਹਿਲਾਂ ਤਾਂ ਜਿਹੜਾ ਉਹਨੇ ਆਰਡਰ ਕੱਢਿਆ ਸੀ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ, ਇਹ ਸਾਰੇ ਗਵਰਨਰਾਂ ਨੂੰ, ਡੀਸੀਆਂ ਨੂੰ ਦਿੱਤਾ। ਇਹਨੇ ਚੰਦੂ ਲਾਲ ਤ੍ਰਿਵੇਦੀ ਨੇ ਉੱਪਰੋਂ ਉਹਨੂੰ ਹੁਕਮ ਆਇਆ ਸੀ ਕਿ ਜਰਾਇਮ ਪੇਸ਼ਾ ਭਾਵ ਅਪਰਾਧੀ ਕਿਸਮ ਦੇ ਲੋਕ ਨੇ, ਇਹਨਾਂ ਨੂੰ ਆਉਂਦਿਆਂ ਨੂੰ ਨਿਗਾਹ ਰੱਖੀ ਜਾਵੇ ਔਰ ਇਹਨਾਂ ਨੂੰ ਸਿੱਧੇ ਕਰਿਆ ਜਾਵੇ। ਉੱਧਰੋਂ ਉੱਜੜ ਕੇ ਆ ਰਹੇ ਹਾਂ ਅਸੀਂ, ਸਾਰਾ ਕੁਝ ਤਬਾਹ ਕਰਕੇ ਮਰੱਬਿਆਂ ਦੇ ਮਾਲਕ। ਮਤਲਬ ਇਹ ਕਹਿ ਲਓ ਕਿ ਪਹਿਲੀ ਵਾਰ ਇਹ ਸੀ ਕਿ ਐਡੇ ਵੱਡੇ ਲੈਵਲ ਦੇ ਉੱਤੇ ਸਾਡੀ ਕਤਲੋਗਾਰਤ ਵੀ ਹੋਈ ਔਰ ਜਾਇਦਾਦਾਂ ਵੀ ਰਹਿ ਗਈਆਂ, ਤੇ ਆਉਂਦਿਆਂ ਨੂੰ ਕੀ ਮਿਲਿਆ? ਜਰਾਇਮ ਪੇਸ਼ਾ ਕੌਮ ਦਾ ਖਿਤਾਬ। ਸਾਚੀ ਸਾਖੀ ਪੁਸਤਕ ਦੀਆਂ ਮੈਂ ਗੱਲਾਂ ਕਰ ਰਿਹਾ। ਉਹ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਮਿਲਿਆ ਤੇ ਇੱਧਰ ਆਏ। ਨਾਲ ਅਗਲੀ ਰਣਨੀਤੀ ਕੀ ਘੜੀ ਹੋਈ ਸੀ ਇਹਨਾਂ ਨੇ? ਪਹਿਲੀ ਪਲਾਨਿੰਗਾਂ ਦੇਖੋ, ਕਮਾਲ ਦੀ ਗੱਲ ਹੈ ਕਿ ਸਿੱਖਾਂ ਨੂੰ ਇੱਕ ਥਾਂ ਤੇ ਨਹੀਂ ਵਸਾਉਣਾ ਤਾਂ ਕਿ ਤਾਕਤ ਨਾ ਬਣ ਜਾਣ, ਨੂੰ ਖੰਡਾ ਦਿਓ ਸਾਰੇ ਦੇਸ਼ 'ਚ। ਪੰਜਾਬ ਬਹੁ ਗਿਣਤੀ ਵਾਲਾ ਸੂਬਾ ਨਹੀਂ ਰਹਿਣ ਦੇਣਾ। ਪਹਿਲਾਂ ਹੀ ਪਲਾਨਿੰਗਾਂ ਨੇ ਇਹਨਾਂ ਦੀਆਂ। ਅੱਗੇ ਅੱਗੇ ਤੁਸੀਂ ਦੇਖਿਓ, ਮੈਂ ਜਿਹੜੀਆਂ ਸਾਂਝਾ ਕਰੂੰ ਤੁਹਾਨੂੰ ਇਹ ਵੀ ਇੱਕ ਹੋਰ ਸੰਖੇਪ ਗੱਲ ਦੱਸ ਜਾਵਾਂ ਕਿ ਉਹਦੇ ਨਾਲ ਟੱਕਰ ਹੋਈ। ਮੈਂ ਜਿਹੜੀ ਵਿੱਚੋਂ ਭੁੱਲ ਨਾ ਜਾਵਾਂ, ਸੁਪਰੀਮ ਕੋਰਟ ਦਾ ਜਿਹੜਾ ਜੱਜ ਹੁੰਦਾ ਹੈ ਉਹ ਬਾਹਰਲਾ ਨਹੀਂ ਹੋ ਸਕਦਾ, ਆਪਦੇ ਦੇਸ਼ ਦਾ ਹੀ, ਇਹ ਕਹਿ ਲਓ ਕਿ ਬੌਰਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉੱਥੋਂ ਦਾ ਪੱਕਾ ਵਸਨੀਕ ਹੋਣਾ ਚਾਹੀਦਾ। ਇਹ ਸਾਰੇ ਦੇਸ਼ਾਂ ਦੀ ਹੈ ਕਿਉਂਕਿ ਸਭ ਤੋਂ ਵੱਡਾ ਅਹੁਦਾ ਹੈ ਸੁਪਰੀਮ ਕੋਰਟ, ਉਹਦਾ ਜੱਜ। ਪਰ ਸਰਦਾਰ ਕਪੂਰ ਸਿੰਘ ਨੂੰ ਖਤਮ ਕਰਨ ਦੇ ਲਈ 18 ਮਹੀਨੇ ਅੰਗਰੇਜ਼ ਜੱਜ ਰੱਖਿਆ ਦੇਸ਼ ਆਜ਼ਾਦ ਹੋਣ ਤੋਂ ਬਾਅਦ, ਜਿਹਦੇ 18 ਮਹੀਨਿਆਂ 'ਚੋਂ 16 ਮਹੀਨੇ ਸਰਦਾਰ ਕਪੂਰ ਸਿੰਘ ਦੀਆਂ ਪੇਸ਼ੀਆਂ ਚੱਲੀਆਂ ਨੇ। ਇਸ ਲੈਵਲ ਤੱਕ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਕਿ ਭਾਈ ਕਿਸ ਢੰਗ ਦੇ ਨਾਲ ਅਗਲੇ ਲੜਦੇ ਨੇ ਤੇ ਕਿਸ ਢੰਗ ਦੇ ਨਾਲ ਸਾਨੂੰ ਲੜਾਇਆ ਜਾਂਦਾ ਹੈ। ਇਸ ਨੂੰ ਖਤਮ ਕਰਨ ਦੇ ਲਈ ਸਰਦਾਰ ਕਪੂਰ ਸਿੰਘ ਦੇ ਖਿਲਾਫ ਉਹ ਤੋਂ ਫਤਵੇ ਲੈਣ ਦੇ ਲਈ ਨਹਿਰੂ ਨੇ ਲੈਟਰ ਲਿਖਿਆ ਮਹਾਰਾਣੀ ਨੂੰ ਕਿ ਇਸ ਜੱਜ ਨੇ ਬਹੁਤ ਵਧੀਆ ਫੈਸਲੇ ਕੀਤੇ ਨੇ, ਸੋ ਅਸੀਂ ਸਿਫਾਰਿਸ਼ ਕਰਦੇ ਹਾਂ ਇਹਨੂੰ ਸਰ ਦੀ ਉਪਾਧੀ ਦਿੱਤੀ ਜਾਵੇ, ਤੇ ਇੰਗਲੈਂਡ ਵੱਲੋਂ ਉਹਨੂੰ ਸਰ ਦੀ ਉਪਾਧੀ ਦਿਵਾਈ ਗਈ। ਸਰ ਬਹੁਤ ਵੱਡਾ ਇਹਨਾਂ ਦਾ ਇੱਕ ਅਹੁਦਾ ਹੈ। ਆਪਾਂ ਤਾਂ ਹਰੇਕ ਪੜ੍ਹੇ ਲਿਖੇ ਨੂੰ ਸਰ ਕਹਿ ਕੇ ਸੰਬੋਧਨ ਕਰ ਦਿੰਦੇ ਹਾਂ। ਜੇ ਕਿਸੇ ਗੋਰੇ ਨੂੰ ਤੁਸੀਂ ਸਰ ਕਹਿ ਦਿਓ, ਉਹ ਐਂ ਝਾਕਦਾ ਤੁਹਾਡੇ ਕਣੀ ਵੀ ਇਹ ਮੈਨੂੰ ਕੀ ਕਹਿ ਰਿਹਾ, ਵੀ ਮੈਂ ਸਰ ਹਾਂ ਨਹੀਂ। ਸੋ ਕਿਉਂਕਿ ਇਹ ਬਹੁਤ ਵੱਡਾ ਉਹਨਾਂ ਦਾ ਰੁਤਬਾ ਤੇ ਬਹੁਤ ਵੱਡਾ ਅਹੁਦਾ ਹੈ। ਸੋ ਖੈਰ, ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਇਹ ਇਸ ਢੰਗ ਦੇ ਨਾਲ ਧੱਕਾ ਹੁੰਦਾ ਜਿੱਥੇ ਉੱਥੇ ਸਾਡੇ ਮਨ ਦੇ ਵਿੱਚ ਇਹ ਹੀਣ ਭਾਵਨਾ ਬਾਰ-ਬਾਰ ਭਰੀ ਜਾ ਰਹੀ ਹੈ, ਸਿੱਖਾਂ ਨੂੰ ਰਾਜ ਨਹੀਂ ਜੀ ਕਰਨਾ ਆਉਂਦਾ। ਰਾਜ ਦੇਖ ਲਓ ਬੰਦਾ ਬਹਾਦਰ ਦਾ, ਦੁਨੀਆ ਕਹਿ ਰਹੀ ਹੈ ਕਿ ਉਹਦੇ ਨਾਲ ਦਾ, ਜਾਣੀ ਕਿ ਮਹਾਰਾਜਾ ਦੇ ਨਾਲ ਦਾ ਕੋਈ ਰਾਜਾ ਨਹੀਂ ਹੋਇਆ। ਜਰਨੈਲ ਹਰੀ ਸਿੰਘ ਨਲਵੇ ਨਾਲ ਦਾ ਨਹੀਂ ਹੋਇਆ। ਬਾਕੀ ਜਿਨ੍ਹਾਂ ਬਾਰੇ ਹਲੇ ਦੁਨੀਆ ਨੂੰ ਪਤਾ ਨਹੀਂ, ਉਹਨਾਂ ਬਾਰੇ ਉਹਨਾਂ ਦਾ ਵਿਚਾਰਾਂ ਦਾ ਹਲੇ ਜ਼ਿਕਰ ਨਹੀਂ। ਆਪਾਂ ਸਾਂਝ ਕਰ ਰਹੇ ਹਾਂ, ਤੁਹਾਨੂੰ ਪਤਾ ਲੱਗੇ ਕਿ ਤੁਸੀਂ ਰਾਜ ਕਰ ਸਕਦੇ ਹੋ ਕਿ ਨਹੀਂ। ਸਾਨੂੰ ਸਾਡੇ ਅੰਦਰ ਉਹ ਗੁਣ ਹੈਗੇ ਨੇ ਜਾਂ ਨਹੀਂ, ਇਹ ਤੁਹਾਨੂੰ ਜਾਂ ਸਾਨੂੰ ਪਤਾ ਹੋਣਾ ਚਾਹੀਦਾ। ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਆਏ ਨੇ ਮੰਚ ਦੇ ਉੱਤੇ, ਦੁਨੀਆ ਨੂੰ ਇਹ ਕਹਿ ਲਓ, ਇਸ ਦੁਨੀਆ ਨੂੰ, ਸਾਡੇ ਵਾਲੀ ਦੁਨੀਆ ਨੂੰ ਸੁੱਖ ਦਾ ਸਾਹ ਆਇਆ। ਚਾਰੇ ਪਾਸਿਓਂ ਜ਼ੁਲਮ ਦਾ ਨਾਸ਼ ਕੀਤਾ। ਸਹਾਰਨਪੁਰ ਪਤਾ ਲੱਗਿਆ ਕਿ ਕੁਛ ਸਿੰਘਾਂ ਨੂੰ ਬੰਦੀ ਬਣਾ ਕੇ ਉੱਥੋਂ ਦਾ ਹਾਕਮ ਹੈ ਜਿਹੜਾ ਉਹਨੇ ਜ਼ੁਲਮ ਕਰ ਰਿਹਾ, ਤੇ ਬਾਬਾ ਜੀ ਕਿੱਥੇ ਟਿਕ ਸਕਦੇ ਤੇ ਉਸੇ ਵੇਲੇ ਘੋੜੇ ਨੇ, ਮੈਂ ਤੁਹਾਨੂੰ ਦੱਸਿਆ ਵੀ ਆਰਾਮ ਕਰਨ ਦਾ ਤਾਂ ਟਾਈਮ ਹੀ ਨਹੀਂ ਸੀ, ਨਾ ਉਹਨੇ ਕੀਤਾ। ਲਗਾਤਾਰ 2-2 ਦਿਨ ਘੋੜੇ ਦੀ ਕਾਠੀ ਤੇ ਰਹਿ ਲੈਂਦਾ ਸੀ, ਥਕਾਵਟ ਨੇੜੇ ਤੇੜੇ ਨਹੀਂ ਆਉਂਦੀ ਸੀ। ਤਾਂ ਹੀ ਉਹਨੂੰ ਕਹਿੰਦੇ ਤੇ ਵੀ ਕਰਾਮਾਤੀ ਹੈ, ਤਾਂ ਪਤਾ ਹੀ ਨਹੀਂ ਲੱਗਦਾ ਕਿੱਥੇ ਪਹੁੰਚ ਜਾਂਦਾ ਅੱਖ ਦੇ ਫੋਰ 'ਚ। ਘੋੜਾ ਥੱਕ ਜਾਂਦਾ ਸੀ ਪਰ ਬੰਦਾ ਸਿੰਘ ਨਹੀਂ ਥੱਕਦਾ ਸੀ, ਕਿਉਂਕਿ ਬਹੁਤ ਸਿਰੜੀ, ਬਹੁਤ ਵੱਡੇ ਮਕਸਦ ਨੂੰ ਲੈ ਕੇ ਦਸ਼ਮੇਸ਼ ਪਿਤਾ ਨੇ ਇਹ ਸਮਝ ਲਓ ਕੋਠਾਲੀ 'ਚ ਪਾ ਕੇ ਤਿਆਰ ਕਰਿਆ ਸੀ। ਉਹ ਕਾਹਨੂੰ ਸਾਧ ਸੂਧ ਸੀ ਕੋਈ ਜਿਹੜਾ ਬਣਾਤਾ, ਉਹ ਮਾਧੋ ਦਾਸ ਜੀ ਉੱਥੇ ਬੈਠਾ ਲੋਕਾਂ ਤੇ ਜਾਦੂ ਮੰਤਰ ਕਰਦਾ ਸੀ। ਇਹ ਤਾਂ ਉਹਨੇ ਇੱਕ ਭੇਖ ਧਾਰਿਆ ਹੋਇਆ ਸੀ, ਚੇਂਜ ਕਰਕੇ ਆਪਣੇ ਆਪ ਨੂੰ ਗੁਪਤਚਰ ਰੱਖੇ ਹੋਏ ਤੇ, ਤਾਂ ਕਿ ਮੇਰਾ ਲੋਕਾਂ ਨੂੰ ਜਦੋਂ ਗੁਰੂ ਨੂੰ ਮਿਲਣ ਆਉਣਾ ਸਾਧੂ ਦੇ ਭੇਸ 'ਚ ਆਉਣਾ, ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗੇ। ਆਪਦੇ ਬੰਦੇ ਜਿਹੜੇ ਥਾਂ ਥਾਂ 'ਤੇ ਫੇਰ ਰਹੇ ਨੇ, ਜਿਹੜੇ ਗੁਰੂ ਨੂੰ ਖਬਰਾਂ ਪਹੁੰਚਾ ਰਹੇ ਨੇ ਦੇਸ਼ 'ਚ ਕਿੱਥੇ ਕੀ ਹੋ ਰਿਹਾ, ਉਹਨਾਂ ਦਾ ਭੇਖ ਸਾਧ ਰੱਖਿਆ ਹੋਇਆ। ਆਪ ਕਦੇ ਕਿਸੇ ਥਾਂ 'ਤੇ ਫੌਜ 'ਚ ਨੌਕਰੀ ਕਰਦਾ, ਕਦੇ ਕਿਤੇ ਜਾ ਕੇ ਟ੍ਰੇਨਿੰਗ ਲੈ ਰਿਹਾ। ਦਸ਼ਮੇਸ਼ ਪਿਤਾ ਨਾਲ ਸਮੇਂ-ਸਮੇਂ 'ਤੇ ਉਹਦੀਆਂ ਮੁਲਾਕਾਤਾਂ ਹੋ ਰਹੀਆਂ ਨੇ। ਇੱਕਦਮ ਕੋਈ ਦਿਨਾਂ ਦੇ ਵਿੱਚ ਨਹੀਂ ਉਹ ਤਿਆਰ ਹੋ ਗਿਆ ਵੀ ਗੁਰੂ ਜੀ ਗਏ ਉਹਨੂੰ ਕਿਹਾ ਵੀ ਜਾ ਲਿਆ ਦੇ ਨੇਰੀ,
ਐਦਾਂ ਨੇ ਉਹਨੂੰ ਤਿਆਰ ਕੀਤਾ ਗਿਆ। ਐਂ ਕਹ ਲਓ ਵੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਸੀ ਪੂਰੀ ਦੀ ਪੂਰੀ ਉਹਦੇ ਅੰਦਰ ਭਰੀ ਗਈ ਹੈ। ਗੁਰੂ ਨਾਨਕ ਦੇ ਜੋ ਸਿਧਾਂਤ ਗੁਰੂ ਦਸ਼ਮੇਸ਼ ਤੱਕ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖਿਆ 35 ਮਹਾਂਪੁਰਸ਼ਾਂ ਦੀ ਜੋ ਸਿੱਖਿਆ ਸੀ ਉਹਦੇ ਅੰਦਰ ਕੁੱਟ-ਕੁੱਟ ਕੇ ਭਰੀ ਪਈ ਹੈ। ਹਰ ਪੱਖੋਂ ਲੜਾਕੂ ਯੋਧਾ ਤਿਆਰ ਕੀਤਾ ਹੈ, ਹਰ ਹਥਿਆਰ ਦਾ ਉਹਨੂੰ ਸਿਖਾਇਆ ਗਿਆ। ਲੜਾਈ ਦੇ ਜੰਗੀ ਕਰਤੱਵ ਪਿਤਾ ਦਸ਼ਮੇਸ਼ ਦੀ ਨਿਗਰਾਨੀ 'ਚ ਲਏ ਨੇ ਉਹਨੇ। ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਸਾਨੂੰ ਤਾਂ ਬਹੁਤ ਘਟਨਾਵਾਂ ਦਾ ਅੱਜ ਤੱਕ ਵੱਡੀਆਂ ਘਟਨਾਵਾਂ ਦਾ ਨਹੀਂ ਪਤਾ। ਇਸ ਘਟਨਾ ਜਿਹੜੀ ਰੱਖਿਓ ਗੁਰੂ ਜੀ ਨੇ ਗੁਪਤ ਸੀ ਇਹਦਾ ਤੁਹਾਡੇ ਤੱਕ ਕਿਵੇਂ ਪਹੁੰਚ ਜਾਂਦਾ? ਅੱਜ ਤੱਕ 5 ਪਿਆਰਿਆਂ ਦਾ ਰੌਲਾ ਪਈ ਜਾਂਦਾ ਜੀ ਗਰਦਨਾਂ ਵੱਡੀਆਂ ਤੀ ਕਿ ਨਹੀਂ ਵੱਡੀਆਂ ਤੀ। ਤਾਂ ਇੱਥੇ ਤੱਕ ਵੀ ਖੜੇ ਹਾਂ ਹਲੇ। ਜਿਹੜੀ ਚੀਜ਼ ਦਾ ਪਤਾ ਹੈ ਵੀ ਤੰਬੂ ਲੱਗਿਆ ਹੋਇਆ, ਤੰਬੂ ਦੇ ਅੰਦਰ ਗਏ ਨੇ, ਅਸੀਂ ਉੱਥੇ ਹੀ ਖੜੇ ਹਾਂ। ਤੰਬੂ ਦੇ ਬਾਹਰ ਬੈਠੇ ਅੰਦਾਜ਼ਾ ਲਾਈਆਂ ਨੇ ਵੀ ਅੰਦਰ ਕੀ ਹੋਇਆ ਸੀ ਬਈ। ਆਹ ਗੱਲਾਂ ਸਾਡੀ ਅੱਜ ਤੱਕ ਚੱਲ ਰਹੀਆਂ ਨੇ। ਸੋ ਜਿਹੜੀ ਗੱਲ ਨੂੰ ਗੁਰੂ ਜੀ ਨੇ ਗੁਪਤ ਰੱਖਿਆ ਉਹਨੂੰ ਤਾਂ ਅਸੀਂ ਕਿਵੇਂ ਬਾਹਰ ਕੱਢ ਲਈਏ? ਸੋ ਇਹ ਬੰਦਾ ਜਿਹੜਾ ਸਪੈਸ਼ਲ ਸੀ, ਸੋ ਬਾ ਕਮਾਲ ਇਹਦੀ ਸ਼ਖਸੀਅਤ ਹੈ। ਇੱਕ ਰੰਗਮੰਚ ਦੇ ਜਦੋਂ ਉੱਤੇ ਉਤਰਿਆ ਦਸ਼ਮੇਸ਼ ਪਿਤਾ ਨੇ ਇਹਨੂੰ ਉਸ ਨਾਟਕ ਦਾ ਨਾਇਕ ਬਣਾ ਕੇ ਜਦੋਂ ਭੇਜਿਆ ਤਾਂ ਇਹਨੇ ਐਂ ਸਮਝ ਲਓ ਸਾਰੀ ਸਿਸਟਮ ਨੂੰ, ਸਾਰੇ ਦੇ ਸਾਰੇ ਇਸ ਏਰੀਏ ਦੇ ਇਤਿਹਾਸ ਨੂੰ ਬਦਲ ਕੇ ਰੱਖਤਾ। ਬਹਾਦਰ ਸ਼ਾਹ ਦੀਆਂ ਰਾਤਾਂ ਦੀ ਨੀਂਦ ਉਡਾ ਕੇ ਰੱਖਤੀ ਇਹਨੇ, ਕਿਉਂਕਿ ਉਹਨੂੰ ਪਤਾ ਸੀ ਵੀ ਜਿਹੜੇ ਮੈਨੂੰ ਤਖ਼ਤ 'ਤੇ ਬਿਠਾ ਸਕਦੇ ਨੇ ਨਾ ਉਹ ਲਾਣ ਵੀ ਜਾਣਦੇ ਨੇ। ਔਰ ਉਹਦੇ ਤੂਫਾਨ ਲਗਾਤਾਰ ਅੱਗੇ ਵਧ ਰਿਹਾ ਤੇ ਉਹਨੂੰ ਪਤਾ ਸੀ ਵੀ ਇਹ ਦਿੱਲੀ ਤੱਕ ਵੀ ਆ ਸਕਦੇ ਨੇ। ਸੋ ਬਹੁਤ ਹੀ ਤਕੜਾਈ ਦੇ ਨਾਲ ਉਹਨੇ ਅਗਲੇ ਜੋ ਫੈਸਲੇ ਕੀਤੇ ਨੇ ਬੰਦਾ ਸਿੰਘ ਬਹਾਦਰ ਦੇ ਖਿਲਾਫ, ਜੋ ਉਹਨੇ ਸਮਝ ਲਓ ਸਿੱਖਾਂ ਨੂੰ ਪਾੜ ਕੇ ਵੀ ਪਾੜਨ ਦੀ ਨੀਤੀ ਵੀ ਅਪਣਾਈ। ਜਿਹੜੀ ਪਾੜੋ ਤੇ ਰਾਜ ਕਰੋ ਦੀ ਸ਼ੁਰੂ ਤੋਂ ਚੱਲਦੀ ਹੈ, ਮਤਲਬ 4 ਨੇ ਦਾਮ ਸ਼ਾਮ ਦੰਡ ਭੇਦ, ਉਹ ਵੀ ਅਪਣਾਈ। ਸਿੱਖਾਂ 'ਤੇ ਦਮਨ ਦਾ ਦੌਰ ਕਿਵੇਂ ਚਲਾਇਆ। ਸਮੁੱਚੀ ਕੌਮ ਨੂੰ ਖਤਮ ਕਰਨ ਦੇ ਲਈ ਪਹਿਲੀ ਵਾਰ ਫਰਮਾਨ ਹੈ ਜਿਹੜਾ ਇਹਨੇ ਜਾਰੀ ਕੀਤਾ ਸੀ ਬਹਾਦਰ ਸ਼ਾਹ ਨੇ ਕਿ ਸਿੱਖ ਕੌਮ ਹੈ ਜਿਹੜੀ ਇਹ ਕੌਮ ਦੀ ਕੌਮ ਇਹ ਬਾਗੀ ਹੈ, ਕੌਮ ਦੀ ਕੌਮ ਹੀ ਅੱਤਵਾਦੀ ਹੈ। ਪੂਰੀ ਕੌਮ ਜਿੱਥੇ ਕੋਈ ਸਿੱਖ ਮਿਲਦਾ ਹੈ ਇਹਨੂੰ ਖਤਮ ਕਰ ਦਿਓ। ਸੋ ਇਸ ਕਰਕੇ ਕਿਵੇਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਰਾਜ, ਕਿਹੜੇ ਕਿਹੜੇ ਗੁਣ ਉਹਦੇ ਅੰਦਰ ਸੀ, ਕਿਸ ਤਰ੍ਹਾਂ ਲੋਕਾਂ ਨੂੰ ਨਾਲ ਲਾਇਆ, ਕਿਹੜੀਆਂ ਕਿਹੜੀਆਂ ਕੁਰੀਤੀਆਂ ਨੂੰ ਦੂਰ ਕੀਤਾ, ਗੁਰੂ ਦੇ ਹੁਕਮ ਨੂੰ ਕਿਵੇਂ ਬਜਾਇਆ ਤੇ ਕੀ ਕੀ ਦੋਸ਼ਣ ਅਸੀਂ ਲਾਏ ਬੰਦਾ ਸਿੰਘ 'ਤੇ, ਕਿਹੜੀਆਂ ਕਿਹੜੀਆਂ ਤੋਹਮਤਾਂ ਲਾਈਆਂ ਜੀ। ਗੁਰੂ ਨੇ ਕਿਹਾ ਸੀ ਉਹ ਵਿਆਹ ਨਹੀਂ ਕਰਾਉਣਾ, ਤੂੰ ਵਿਆਹ ਕਰਾ ਕੇ ਬਹਿ ਗਿਆ। ਗੁਰੂ ਨੇ ਕਿਹਾ ਸੀ ਤੂੰ ਕਲਗੀ ਨਹੀਂ ਲਾਣੀ ਜੀ, ਉਹ ਕਲਗੀ ਲਾ ਕੇ ਬਹਿ ਗਿਆ। ਗੁਰੂ ਨੇ ਕਿਹਾ ਸੀ ਤੂੰ ਤਖ਼ਤ 'ਤੇ ਨਹੀਂ ਬਹਿਣਾ, ਉਹ ਤਖ਼ਤ 'ਤੇ ਬਹਿ ਗਿਆ। ਇਹ ਜਿਹੜੀਆਂ ਜਿਹੜੀਆਂ ਉੱਤੇ ਤੋਹਮਤਾਂ ਲਾਈਆਂ ਅਸੀਂ ਲੋਕਾਂ ਨੇ, ਅਸੀਂ ਪ੍ਰਚਾਰਕਾਂ ਨੇ, ਅਸੀਂ ਲੇਖਕਾਂ ਨੇ, ਅਸੀਂ ਸਿੱਖਾਂ ਨੇ, ਜਿਹੜੇ ਬੰਦੇ ਨੂੰ ਇੱਥੇ ਬਿਠਾ ਕੇ ਰੱਖਣਾ ਚਾਹੀਦਾ ਸੀ, ਸਿਰ ਦਾ ਤਾਜ ਬਣਾ ਕੇ ਰੱਖਣਾ ਸੀ, ਉਹਨੂੰ ਅਸੀਂ ਬੰਦਈ ਬਣਾ ਕੇ ਰੱਖਤਾ ਯਾਰ। ਜਿਹਦੇ ਵਰਗਾ ਨਾ ਕੋਈ ਯੋਧਾ, ਨਾ ਕੋਈ ਸ਼ਹੀਦ, ਨਾ ਗੁਰੂ ਦਾ ਸਿੱਖ ਉਹਦੇ ਵਰਗਾ ਕੋਈ ਹੋ ਸਕਦਾ ਹੈ। ਸੋ ਉਹਦੇ ਨਾਲ ਅਸੀਂ ਜੋ ਜਾਤੀਆਂ ਕੀਤੀਆਂ ਨੇ, ਗੁਰੂ ਪਾਤਸ਼ਾਹ ਆਪਾਂ ਨੂੰ ਬਖਸ਼ੇ, ਮਾਫ ਕਰਨ। ਹੁਣ ਸਮਾਂ ਆ ਗਿਆ, ਇਤਿਹਾਸਕਾਰਾਂ ਨੇ ਸ਼ੁਕਰ ਹੈ ਇਤਿਹਾਸ ਨੂੰ ਜਵਾਬ ਦੇਣ ਦੇ ਲਈ ਕਲਮਾਂ ਚੁੱਕ ਲਈਆਂ ਨੇ। ਚੰਗੇ ਇਤਿਹਾਸਕਾਰ ਅੱਗੇ ਆ ਰਹੇ ਨੇ, ਕਿਉਂਕਿ ਇੱਕ ਨਾ ਇੱਕ ਦਿਨ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਸੱਚ ਸਾਹਮਣੇ ਆਉਂਦਾ ਤੇ ਆਊਗਾ। ਸੋ ਆਪਾਂ ਅਗਲੀ ਵਾਰ ਬਾਕੀ ਸਾਂਝ ਕਰਾਂਗੇ। ਸਮਾਂ ਇਜਾਜ਼ਤ ਨਹੀਂ ਰਿਹਾ, ਅੱਗੇ ਨੂੰ ਕੋਸ਼ਿਸ਼ ਕਰਦੇ ਹਾਂ ਆਪਾਂ ਅੱਧਾ ਘੰਟਾ ਰੱਖਿਆ ਕਰਾਂਗੇ, ਘੰਟਾ ਕਹਿੰਦੇ ਜ਼ਿਆਦਾ ਹੋ ਜਾਂਦਾ। ਸੋ ਸਮਾਂ ਤੁਹਾਨੂੰ ਪਤਾ ਹੀ ਹੈ ਆਪਣਾ, ਸੋ ਉਹੀ ਰੱਖਾਂਗੇ। ਅੱਧੇ ਘੰਟੇ ਦੇ ਵਿੱਚ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵੀ ਜਿੰਨੀ ਵੀ ਗੱਲ ਹੋ ਜੇ ਉਹਦੀ ਸਮਾਪਤੀ ਕਰੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਤੁਹਾਡੇ ਸੁਝਾਵਾਂ ਦੀ ਉਡੀਕ। ਜਿਹੜੀ ਗੱਲ ਗਲਤ ਲੱਗਦੀ ਹੈ ਉਹ ਲਿਖ ਕੇ ਦੱਸ ਦਿਆ ਕਰੋ ਕਿ ਆਹ ਗੱਲ ਸਹੀ ਨਹੀਂ ਸੀ, ਤਾਂ ਕਿ ਆਪਾਂ ਦਰੁਸਤ ਕਰ ਲਈਏ। ਕਿਉਂਕਿ ਆਪਾਂ ਕਿਹੜਾ ਕੋਈ ਪੀਰ ਪੈਗੰਬਰ ਆ ਵੀ ਆਪਣੀ ਗਲਤੀ ਨਹੀਂ ਕਰ ਸਕਦੇ। ਜਿਹੜੀ ਵੀ ਹੋਊਗੀ ਉਹਦੀ ਸੁਧਾਈ ਕੀਤੀ ਜਾਊਗੀ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।